जोगड़ा मुड़ना आया, मां ततड़ी ने झोरा लाया, देवी गुर ते पीर ते आवे, सरबन पुत दी खैर मनावे, सरबन होवे मुड़ ना आवे। मैनूं 1971 'ਚ ਉਹਨਾਂ ਨੇ ਕਿਹਾ ਕਿ ਜੇ ਤੂੰ ਪੜ੍ਹ ਗਿਆ ਫਿਰ ਕੀ ਹੋਏਗਾ, ਤੇ ਜਿਹੜੇ ਬਾਕੀ ਲੋਕ ਅਨਪੜ੍ਹ ਹੋਏ ਉਹਨਾਂ ਦਾ ਕੌਣ ਸੋਚੇਗਾ। ਤਾਂ ਮੈਨੂੰ ਉਹਨਾਂ ਨੇ ਨੌਜਵਾਨ ਸਭਾ ਦਾ ਪ੍ਰਧਾਨ ਬਣਾਇਆ। ਮੈਨੂੰ ਉਹ ਕਹਿਣ ਲੱਗੇ ਵੀ ਗੁੰਗਿਆ ਤੂੰ ਜਮਾਤ 'ਚ ਤਾਂ ਬੋਲਦਾ ਨਹੀਂ, ਇਹ ਕਿਵੇਂ ਲਿਖਿਆ ਤੂੰ। ਜਦੋਂ ਡਾਕਟਰ ਕੇਸਰ ਪੜ੍ਹਾਉਂਦੇ ਸੀ ਤਾਂ ਉਹ ਸਿਲੇਬਸ ਦੇ ਨਾਲ ਨਾਲ ਜ਼ਿੰਦਗੀ ਦਾ ਵੀ ਬਹੁਤ ਕੁਝ ਸਾਨੂੰ ਨਾਲ ਪੜ੍ਹਾਉਂਦੇ ਸੀ। ਆਪਣੀਆਂ ਧੀਆਂ ਨੂੰ ਪੜ੍ਹਾਉਣ ਲਈ ਔਰਤਾਂ ਸਾਨੂੰ ਆਪਣੇ ਘਰ ਵਾਲਿਆਂ ਤੋਂ ਚੋਰੀ ਛਿਪੇ ਵੀ ਜਿਹੜੀਆਂ ਸੀਗੀਆਂ ਉਹ ਸੰਪਰਕ ਕਰਦੀਆਂ ਸੀ ਕਿ ਅਸੀਂ ਬਹੁਤ ਸਾਰੇ ਲੋਕਾਂ ਨੂੰ ਜ਼ਿੰਦਗੀ ਜੀਣ ਦੇ ਅਰਥ ਵੀ ਸਮਝਾ ਸਕਦੇ ਕਿ ਲੋਕਾਂ 'ਚ ਸਿੱਖਣ ਦੀ ਭੁੱਖ ਬਹੁਤ ਆ, ਪਰ ਹਾਲਾਤ ਕਈ ਵਾਰੀ ਉਹਨਾਂ ਨੂੰ ਐਜੂਕੇਸ਼ਨ ਨਹੀਂ ਦੇਣ ਦਿੰਦੇ। ਤੜਕੇ 3 ਵਜੇ ਜਦੋਂ ਪਾਣੀ ਆਇਆ ਉੱਥੇ, ਜਿਹਨੂੰ ਟੂਟੀ ਕਹਿੰਦੇ ਸੀ ਵੀ ਟੂਟੀ ਆਈ, ਤੇ ਕਿਸੇ ਨੇ ਮੰਦਿਰ 'ਚ ਜਾ ਕੇ ਬੁਲਾ ਦਿੱਤਾ ਕਿ ਘੜਿਆਂ ਦੇ ਉੱਤੇ ਕਿਸੇ ਨੇ ਟੂਣਾ ਕਰਤਾ, ਕੋਈ ਵੀ ਘੜਿਆਂ ਦਾ ਪਾਣੀ ਨਾ ਪੀਓ। ਜੇ ਤੁਹਾਨੂੰ ਡਰ ਆ ਵੀ ਇਹ ਪਾਣੀ ਕਿਸੇ ਨੇ ਟੂਣਾ ਕੀਤਾ, ਲਿਆਓ ਇਹ ਪਾਣੀ ਅਸੀਂ ਪੀਂਦੇ ਹਾਂ। ਅਸੀਂ ਪਾਣੀ ਪੀਤਾ, ਲੋਕਾਂ ਨੂੰ ਕੋਈ ਤਸੱਲੀ ਆਈ। ਬਾਅਦ ਵਿੱਚ ਅਸੀਂ ਨੂੰ ਦੱਸਿਆ ਵੀ ਇਹ ਜਿਹੜਾ ਸਿੰਬਲ ਬਣਾਇਆ, ਇਹ ਜਿਹੜੀ ਅਸੀਂ ਉੱਤੇ ਚਿੱਤਰ ਬਣਾਇਆ ਆ, ਇਹ ਤਾਂ ਆਦਮੀ ਤੇ ਔਰਤ ਦਾ ਜ਼ਿੰਦਗੀ ਨੂੰ ਸਾਂਝੇ ਤੌਰ ਤੇ ਚਲਾਉਣ ਦਾ ਅਹਿਦ ਆ। ਸਾਡੇ ਪਿੰਡਾਂ ਦੇ ਬਜ਼ੁਰਗ ਸਾਨੂੰ ਇਹ ਮਿਹਣਾ ਮਾਰਦੇ ਸੀ ਕਿ ਤੁਸੀਂ ਕਿਵੇਂ ਪੜ੍ਹਾਓਗੇ ਸਾਨੂੰ ਫਰੀ। ਜਿਹੜੇ ਅਧਿਆਪਕਾਂ ਨੂੰ 60-60 ਹਜ਼ਾਰ ਰੁਪਏ ਤਨਖਾਹ ਮਿਲਦੀ ਉਹ ਤਾਂ ਸਾਡੇ ਬੱਚਿਆਂ ਨੂੰ ਪੜ੍ਹਾਉਂਦੇ ਨਹੀਂ, ਇਹਨਾਂ ਨੂੰ ਕਹੋ ਸਾਡੇ ਬੱਚਿਆਂ ਨੂੰ ਵੀ ਪੜ੍ਹਾ ਦੇਣ। ਸਾਡੇ ਨਵੇਂ ਲੇਖਕ ਆ, ਉਹਨਾਂ ਨੂੰ ਛਪਣ ਦੀ ਕਾਹਲ ਬਹੁਤ ਆ, ਇਨਾਮਾਂ ਦੀ ਕਾਹਲ ਬਹੁਤ ਆ। ਸਮੇਂ ਦੇ ਨਾਲ ਸਥਿਤੀਆਂ ਬਦਲਦੀਆਂ, ਸੋਚ ਵੀ ਬਦਲਦੀ, ਪਰ ਸੰਸਕਾਰ ਬਹੁਤ ਛੇਤੀ ਨਹੀਂ ਬਦਲਦੇ। ਇਹ ਕਿਤਾਬ ਮੈਂ ਆਪਣੀ ਪੇਪਰ ਵਿੱਚ ਛੱਡ ਕੇ ਪੜ੍ਹੀ ਸੀ। 2 ਦਿਨ ਦੀਆਂ ਛੁੱਟੀਆਂ ਸੀ ਤੇ 2 ਦਿਨ 'ਚ ਮੈਂ ਇਹੀ ਪੜ੍ਹਦਾ ਰਿਹਾ। ਸੋ ਇਹ ਕਿਤਾਬ ਨੂੰ ਪੜ੍ਹਦਿਆਂ ਬਾਰ-ਬਾਰ ਇੱਕੋ ਗੱਲ ਦੀ ਸਮਝ ਆਉਂਦੀ ਸਾਨੂੰ ਕਿ ਅਸੀਂ ਮੈਚੁਰ ਕਦੋਂ ਹੋਵਾਂਗੇ, ਅਸੀਂ ਸਿਆਣੇ ਕਦੋਂ ਹੋਵਾਂਗੇ। ਵਿਜ਼ਨ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਕਰਨਵੀਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲੈ ਕੇ ਹਾਜ਼ਰ ਹਾਂ ਜੀ ਪ੍ਰੋਗਰਾਮ ਸਾਹਿਤ ਦੇ ਸੰਗ। ਅੱਜ ਇਸ ਪ੍ਰੋਗਰਾਮ ਦੇ ਵਿੱਚ ਜਿਸ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਕਰਾਉਣੀ ਹੈ, ਉਹ ਸਾਹਿਤ ਦੇ ਨਾਲ ਤਾਂ ਜੁੜੇ ਹੋਏ ਨੇ, ਪਰ ਸਾਹਿਤ ਦੇ ਨਾਲ ਨਾਲ ਉਹ ਲੋਕਾਂ ਦੀ ਜ਼ਿੰਦਗੀ ਨੂੰ ਸੁਧਾਰਨ ਦਾ ਉਹਨਾਂ ਦਾ ਇੱਕ ਜ਼ਿੰਦਗੀ ਦਾ ਕਾਫੀ ਵੱਡਾ ਪਹਿਲੂ ਰਿਹਾ। ਕਿਉਂਕਿ ਸਾਹਿਤ ਇਕੱਲਾ ਹੀ ਨਹੀਂ ਕਿ ਕਿਤਾਬਾਂ ਦੇ ਵਿੱਚ ਲਿਖਿਆ ਜਾਵੇ, ਪਰ ਜਦੋਂ ਤੱਕ ਜੋ ਤੁਸੀਂ ਲਿਖਿਆ, ਜੋ ਸਾਹਿਤ ਵਿੱਚ ਦਰਜ ਹੈ, ਉਹ ਹੋਰਾਂ ਦੀ ਜ਼ਿੰਦਗੀ ਨਹੀਂ ਬਦਲਦਾ, ਉਦੋਂ ਤੱਕ ਉਹ ਸਾਰਥਕ ਨਹੀਂ। ਸੋ ਜੋ ਇਨਸਾਨ ਸਾਹਿਤ ਦੇ ਨਾਲ ਜੁੜੇ ਹੋਏ ਨੇ, ਸੋ ਉਹਦਾ ਇਹ ਵੀ ਫਰਜ਼ ਹੁੰਦਾ ਕਿ ਸਮਾਜ ਦੇ ਵਿੱਚ ਜੋ ਬੁਰਾਈਆਂ ਨੇ ਉਹਨਾਂ ਨੂੰ ਖਤਮ ਕੀਤਾ ਜਾਵੇ। ਸੋ ਅਜਿਹੀ ਇੱਕ ਸ਼ਖਸੀਅਤ ਸਾਡੇ ਨਾਲ ਮੌਜੂਦ ਨੇ, ਸਰਦਾਰ ਸੁਖਦੇਵ ਸਿੰਘ ਸਿਰਸਾ ਜੀ। ਸਿਰਸਾ ਸਾਹਿਬ, ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਇਸ ਪ੍ਰੋਗਰਾਮ ਸਾਹਿਤ ਦੇ ਸੰਗ ਵਿੱਚ। ਸ਼ੁਕਰੀਆ ਤੁਹਾਡਾ ਕਿ ਤੁਸੀਂ ਯਾਦ ਕੀਤਾ। ਤੇ ਜਿਵੇਂ ਹੁਣ ਤੁਸੀਂ ਮੌਜੂਦਾ ਸਮੇਂ ਦੇ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਵੀ ਹੋ, ਤੇ ਇਸ ਤੋਂ ਬਿਨਾਂ ਹੋਰ ਕਾਫੀ ਅਹੁਦਿਆਂ ਦੇ ਤੁਸੀਂ ਕੰਮ ਕਰ ਰਹੇ ਹੋ, ਪਰ ਗੱਲ ਵੀ ਅਹੁਦਿਆਂ ਦੇ ਨਾਲ ਨਾਲ ਤੁਹਾਡੀ ਜ਼ਿੰਮੇਵਾਰੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਜੇ ਤੁਹਾਡੇ ਕੋਲ ਅਜਿਹੀਆਂ ਜ਼ਿੰਮੇਵਾਰ ਸੰਸਥਾਵਾਂ ਦਾ ਅਹੁਦੇ ਨੇ, ਤੁਹਾਡੇ ਕੰਮ ਵੀ ਜ਼ਿਆਦਾ ਹੋ ਜਾਂਦੇ ਨੇ। ਤੇ ਸਾਹਿਤ ਦੀ ਜੋ ਤੁਸੀਂ ਕਿਤਾਬਾਂ ਲਿਖੀਆਂ, ਅਨੁਵਾਦ ਕੀਤੀਆਂ, ਉਹਦੇ ਬਾਰੇ ਗੱਲ ਕਰਾਂਗੇ। ਫਿਲਹਾਲ ਸ਼ੁਰੂਆਤ ਆਪਾਂ ਕਰਦੇ ਹਾਂ ਤੁਹਾਡੀ ਨਿੱਜੀ ਜ਼ਿੰਦਗੀ ਤੋਂ, ਕਿ ਇੱਕ ਦੌਰ ਹੁੰਦਾ ਵੀ ਤੁਸੀਂ ਸ਼ੁਰੂਆਤ ਦੇ ਵਿੱਚ ਪੜ੍ਹ ਲਿਖਦੇ ਹੋ ਤੇ ਲਾਈਨ ਚੁਣਨੀ ਬੜੀ ਔਖੀ ਹੁੰਦੀ ਹੈ ਵੀ ਆਪਾਂ ਕਿੱਧਰ ਨੂੰ ਜਾਣਾ, ਤਾਂ ਸਾਹਿਤ ਵਾਲੇ ਪਾਸੇ ਕਿਤਾਬਾਂ ਦੇ ਨਾਲ ਲਗਾਓ, ਇਹ ਕਦੋਂ ਕੁ ਪਿਆ? ਦਰਅਸਲ ਜਦੋਂ ਮੈਂ ਆਪਣੇ ਪਿੰਡ ਦੇ ਸਕੂਲ 'ਚ ਪੜ੍ਹ ਰਿਹਾ ਸੀ ਤਾਂ ਮੇਰੇ ਪਿੰਡ ਦੇ ਇੱਕ ਪੰਜਾਬੀ ਦੇ ਅਧਿਆਪਕ ਸਰਦਾਰ ਭਾਗ ਸਿੰਘ ਉਪਾਸ਼ਕ, ਉਹ ਖੁਦ ਕਵੀ ਸਨ, ਪੰਜਾਬੀ 'ਚ ਕਵਿਤਾ ਲਿਖਦੇ ਸਨ। ਉਹ ਬੜੇ ਸਖਤ ਜਾਨ ਅਧਿਆਪਕ ਸਨ। ਖਾਸ ਤੌਰ 'ਤੇ ਭਾਸ਼ਾ ਦੀਆਂ ਬਰੀਕੀਆਂ ਬਾਰੇ ਉਹ ਬਹੁਤ ਹੀ ਸੁਚੇਤ ਸਨ, ਸ਼ਬਦ ਜੋੜਾਂ ਬਾਰੇ, ਵਾਕ ਬਣਤਰ ਬਾਰੇ, ਤੇ ਉਹ ਦੇਖ ਲੈਂਦੇ ਸੀ ਕਿਹੜੇ ਬੱਚਿਆਂ 'ਤੇ ਵੱਧ ਮਿਹਨਤ ਕਰਨੀ ਹੈ। ਸੋ ਮੈਨੂੰ ਲੱਗਦਾ ਹੈ ਕਿ ਉਹ ਕੁੱਟਦੇ ਵੀ ਬਹੁਤ ਸੀ ਸਾਨੂੰ, ਇੱਕ ਇੱਕ ਸ਼ਬਦ ਜੋੜ ਪਿੱਛੇ ਕਈ ਡੰਡੇ ਪੈਂਦੇ ਸੀ, ਪਰ ਉਹ ਲਿਖਾਈ ਬੱਚਿਆਂ ਦੀ ਸੋਹਣੀ ਹੋਵੇ, ਵਾਕ ਬਣਤਰ ਸੋਹਣੀ ਹੋਵੇ, ਇਹਦੇ ਬਹੁਤ ਸੁਚੇਤ ਯਤਨ ਕਰਦੇ ਸੀ। ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਲਿਖਣ ਦੀ ਚੇਟਕ ਤਾਂ ਉਹਨਾਂ ਨੇ ਹੀ ਲਾਈ, ਕਿਉਂਕਿ ਪੜ੍ਹਨ ਦੀ ਚੇਟਕ ਉਹਨਾਂ ਨੇ ਲਾਈ ਸੀ। ਤੇ ਉਸ ਤੋਂ ਬਾਅਦ ਫਿਰ ਮੈਂ ਜਦੋਂ ਕਾਲਜ ਵਿੱਚ ਗਿਆ, ਗੌਰਮੈਂਟ ਕਾਲਜ ਢੁੱਡੀ ਕੀ ਅੱਜ ਕੱਲ੍ਹ ਉਹ ਹੈ, ਪਰ ਜਦੋਂ ਮੈਂ ਉੱਥੇ ਪੜ੍ਹਿਆ 1971 ਤੋਂ ਲੈ ਕੇ 74 ਤੱਕ, ਉਦੋਂ ਉਹ ਲਾਜਪਤ ਰਾਏ ਸੈਂਟਨਰੀ ਕਾਲਜ ਢੁੱਡੀ ਕੇ ਹੁੰਦਾ ਸੀ। ਉਸ ਕਾਲਜ ਦੇ ਵਿੱਚ 2 ਅਧਿਆਪਕ ਪੰਜਾਬੀ ਦੇ ਬੜੇ ਵੱਡੇ ਨਾਂ ਨੇ, ਦੋਨਾਂ ਦੇ ਤੁਸੀਂ ਸੁਣਿਆ ਹੋਵੇਗਾ, ਪ੍ਰਿੰਸੀਪਲ ਸਰਬਣ ਸਿੰਘ ਤੇ ਪ੍ਰੋਫੈਸਰ ਗੁਰਮੀਤ ਸਿੰਘ ਟਵਾਣਾ। ਇਹ ਦੋਨੇ ਮੇਰੇ ਪੰਜਾਬੀ ਦੇ ਪ੍ਰੋਫੈਸਰ ਸਨ। ਇਹ ਦੋਹੇ ਬਹੁਤ ਹੀ ਸੁਚੇਤ ਤੇ ਬਹੁਤ ਮਿਹਨਤੀ ਅਧਿਆਪਕ ਸਨ। ਪ੍ਰਿੰਸੀਪਲ ਸਰਬਣ ਸਿੰਘ ਨੇ ਮੈਂ ਸਾਇੰਸ ਪੜ੍ਹਦਾ ਸੀ, ਉਹਨਾਂ ਨੇ ਮੇਰਾ ਸਾਇੰਸ ਤੋਂ ਖਹਿੜਾ ਛਡਾਇਆ ਤੇ ਮੈਨੂੰ ਖੇਡਣ ਵਾਲੇ ਪਾਸੇ, ਕਿਉਂਕਿ ਮੈਂ ਸਕੂਲ ਲੈਵਲ 'ਤੇ ਖੇਡਦਾ ਹੁੰਦਾ ਸੀ ਹਾਕੀ, ਤੇ ਉਹ ਮੈਨੂੰ ਖੇਡਾਂ ਵਾਲੇ ਪਾਸੇ ਨੂੰ ਲੈ ਕੇ ਆਏ। ਅੱਜ ਮੈਂ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਜੇ ਪੰਜਾਬੀ ਸਾਹਿਤ 'ਚ ਮੈਂ ਕੁਝ ਕੰਮ ਕਰ ਸਕਿਆ
ਤਾਂ ਸਾਇੰਸ ਛਡਾ ਕੇ ਮੈਨੂੰ ਪੰਜਾਬੀ ਵਾਲੇ ਪਾਸੇ ਉਹ ਲੈ ਕੇ ਆਏ। ਦੂਜੇ ਅਧਿਆਪਕ ਮੇਰੇ ਸਨ ਗੁਰਮੀਤ ਸਿੰਘ ਟਵਾਣਾ ਜੀ। ਇਹ ਪ੍ਰੋਫੈਸਰ ਕਿਸ਼ਨ ਸਿੰਘ ਦੇ ਸਹਿਯੋਗੀ ਤੇ ਮਿੱਤਰ ਰਹੇ। ਸੇਧ ਮੈਗਜ਼ੀਨ 'ਚ ਲਿਖਦੇ ਰਹੇ। ਬਾਅਦ ਵਿੱਚ ਆਪਣੀਆਂ ਵੀ ਉਹਨਾਂ ਦੀਆਂ 7-8 ਕਿਤਾਬਾਂ ਛਪੀਆਂ ਨੇ। ਹੁਣ ਵੀ ਉਹ 90-92 ਸਾਲ ਦੀ ਉਮਰ 'ਚ ਐਸੇ ਸਾਲ 'ਚ 2 ਕਿਤਾਬਾਂ ਛਪੀਆਂ ਉਹਨਾਂ ਦੀਆਂ ਨੇ। ਉਹ ਦਿੱਲੀ ਤੋਂ ਆਏ ਸੀਗੇ, ਪਰ ਬਹੁਤ ਹੀ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਬਹੁਤ ਹੀ ਮਿਹਨਤੀ ਅਧਿਆਪਕ ਸੀ। BA ਤੱਕ ਮੈਂ ਉਹਨਾਂ ਕੋਲੋਂ ਪੜ੍ਹਿਆ। ਔਰ ਉਹ ਪਿੰਡ ਜਿਹੜਾ ਸੀਗਾ ਸਬੱਬ ਨਾਲ ਢੁੱਡੀ ਕੇ, ਉਹ ਜਸਵੰਤ ਸਿੰਘ ਕਮਲ ਦਾ ਪਿੰਡ ਸੀ। ਜਸਵੰਤ ਸਿੰਘ ਕਮਲ ਨੂੰ ਮੈਂ ਜਾਣਦਾ ਤਾਂ ਕਾਲਜ ਵਿੱਚ ਜਾਣ ਤੋਂ ਪਹਿਲਾਂ ਸੀ, ਕਿਉਂਕਿ ਕਮਲ ਸਾਹਿਬ ਮੇਰੇ ਪਿਤਾ ਜੀ ਦੇ ਦੋਸਤ ਸਨ। ਸਾਡੇ ਘਰ ਉਹ ਅਕਸਰ ਆਉਂਦੇ ਸੀ। ਜਦੋਂ 1967 'ਚ ਲਾਲਾ ਲਾਜਪਤ ਰਾਏ ਸੈਕੰਡਰੀ ਕਾਲਜ ਢੁੱਡੀ ਕੇ ਸ਼ੁਰੂ ਹੋਇਆ ਤਾਂ ਮੇਰੇ ਚਾਚਾ ਜੀ ਤੇ ਮੇਰੇ ਪਿਤਾ ਜੀ ਉਸ ਕਾਲਜ ਦੀ ਮੈਨੇਜਮੈਂਟ ਦੇ ਮੁੱਢਲੇ ਮੈਂਬਰਾਂ ਨਾਲ ਜੁੜੇ ਹੋਏ ਸੀ। ਉਦੋਂ ਚੰਦਾ ਇਕੱਠਾ ਕਰਨਾ, ਕਾਲਜ ਨੂੰ ਚਲਾਉਣਾ ਇੱਕ ਬੜੀ ਵੱਡੀ ਜ਼ਿੰਮੇਵਾਰੀ ਸੀ ਮੈਨੇਜਮੈਂਟ ਦੀ। ਸੋ ਉਦੋਂ ਮੈਂ ਦੇਖਿਆ ਕਿ ਡਾਕਟਰ ਜਸਵੰਤ ਸਿੰਘ ਕਮਲ ਉਹ ਸਾਡੇ ਘਰ ਆਉਂਦੇ ਹੁੰਦੇ ਸੀ। ਇੱਕ ਦੋ ਐਸੇ ਮੌਕੇ ਵੀ ਆਏ ਕਿ ਸਾਡੇ ਅੰਗੂਰਾਂ ਦਾ ਬਾਗ ਹੁੰਦਾ ਸੀ। ਉਹ ਅੰਗੂਰਾਂ ਦਾ ਬਾਗ ਦੇਖਣ ਮਹਿੰਦਰ ਸਿੰਘ ਰੰਧਾਵਾ ਉਹਨਾਂ ਦੇ ਨਾਲ ਆਏ, ਕਮਲ ਸਾਹਿਬ ਦੇ ਨਾਲ। ਅਤੇ ਸੰਯੋਗ ਬਸ ਉਹਨਾਂ ਦਿਨਾਂ 'ਚ ਬਲਰਾਜ ਸਾਹਨੀ ਵੀ ਆਏ ਹੋਏ ਸੀ। ਤਾਂ ਬਲਰਾਜ ਸਾਹਨੀ ਵੀ ਜਸਵੰਤ ਸਿੰਘ ਕਮਲ ਹੋਰਾਂ ਦੇ ਨਾਲ ਸਾਡੇ ਪਿੰਡ ਆਏ। ਸੋ ਕੁਝ ਮੈਨੂੰ ਲੱਗਦਾ ਹੁੰਦਾ ਕਿ ਇਹਨਾਂ ਬੰਦਿਆਂ ਦੀ ਇਹ ਸ਼ਖਸੀਅਤਾਂ ਐਸੀਆਂ ਸਨ ਕਿ ਇਹਨਾਂ ਦੀਆਂ ਕਿਤਾਬਾਂ ਲੈ ਕੇ ਲਾਇਬ੍ਰੇਰੀ 'ਚੋਂ ਪੜ੍ਹਦੀਆਂ ਜਦੋਂ ਪਤਾ ਲੱਗਿਆ ਵੀ ਇਹ ਬਲਰਾਜ ਸਾਹਨੀ ਉਹੀ ਨੇ ਜਿਹੜੇ ਕਿਤਾਬਾਂ ਲਿਖਦੇ ਨੇ। ਸੋ ਉਦੋਂ ਕਿਤੇ ਮਾੜੀ ਮੋਟੀ ਲਿਖਣ ਦੀ ਜਿਹੜੀ ਹੈਗੀ ਆ ਪ੍ਰੇਰਨਾ ਲੱਗੀ ਹੋਈ। ਵਿੱਚ ਵੀ ਗੁੜਤੀ ਤੁਹਾਨੂੰ ਮਿਲ ਗਈ ਸੀ। ਜੀ। ਤੇ ਇੱਕ ਹੁੰਦਾ ਵੀ ਜਿਵੇਂ ਤੁਸੀਂ ਕਿਤਾਬਾਂ ਲਿਖੀਆਂ ਨੇ, ਕਈ ਵਾਰ ਹੁੰਦਾ ਹੈ ਸ਼ੁਰੂਆਤੀ ਦੌਰ ਹੁੰਦੀ ਆ ਤਾਂ ਹਰ ਇੱਕ ਇਨਸਾਨ 'ਚ ਨਾ ਕਹਿ ਦਈਏ 10-12 ਇਨਸਾਨ ਹੁੰਦੇ ਨੇ ਜੀ। ਵੀ ਹਰ ਇੱਕ ਦਾ ਆਪਣਾ ਆਪਣਾ ਸ਼ੌਕ ਹੁੰਦਾ। ਉੱਭਰਦੀ ਉਮਰ ਦੇ ਵਿੱਚ ਕਦੇ ਕਹਿ ਦਈਏ ਜਵਾਨੀ ਵਾਲੇ ਜਜ਼ਬੇ ਹੁੰਦੇ ਨੇ, ਬੰਦਾ ਕਾਵਿ ਵਾਲੇ ਪਾਸੇ ਨੂੰ ਵੀ ਜਾਂਦਾ, ਕੋਈ ਕਹਾਣੀਆਂ ਲਿਖਦਾ। ਤਾਂ ਜੇਕਰ ਉਸ ਸਮੇਂ ਦੀ ਗੱਲ ਕਰੀਏ ਤਾਂ ਤੁਹਾਡਾ ਰੁਝਾਨ ਕਿਸ ਵੱਲ ਨੂੰ, ਸ਼ੁਰੂਆਤ ਕਿਸ ਤੋਂ ਕੀਤੀ? ਆਰਟੀਕਲਾਂ ਤੋਂ, ਗਜ਼ਲ ਤੋਂ? ਜੀ। ਅਸਲ 'ਚ ਇਹ ਜਿਹੜਾ LRC ਕਾਲਜ ਢੁੱਡੀ ਕੇ ਸੀ, ਇਹ ਬਹੁਤ ਹੀ ਸਰਗਰਮੀ ਵਾਲਾ ਕਾਲਜ ਸੀ ਜੀ। ਉੱਥੇ ਇੱਕ ਪਾਸੇ ਤਾਂ ਉਹ ਵਿਦਿਆਰਥੀ ਵੀ ਸੀ ਜਿਨ੍ਹਾਂ ਦੀ ਸਾਹਿਤ ਵਿੱਚ ਬਹੁਤ ਰੁਚੀ ਸੀ। ਤੁਹਾਨੂੰ ਯਾਦ ਹੋਏਗਾ ਕਿ ਮਾਹੀ ਮੁੰਡਾ ਨਾਂ ਦੀ ਇੱਕ ਫਿਲਮ ਬਣੀ ਸੀ, ਜਗਜੀਤ ਚੂੜਚੱਕ ਨੇ ਬਣਾਈ ਸੀ। ਜਗਜੀਤ ਚੂੜਚੱਕ ਮੇਰਾ ਸੀਨੀਅਰ ਸੀ। ਦੂਜਾ ਪੰਜਾਬੀ ਦੇ ਵੱਡੇ ਲੇਖਕਾਂ ਵਿੱਚੋਂ 2 ਵਿਅਕਤੀ ਉਸ ਕਾਲਜ ਵਿੱਚ ਪੜ੍ਹੇ ਸੀਗੇ। ਇੱਕ ਹੁਣ ਉਹ ਦੋਨੇ ਗੁਜ਼ਰ ਚੁੱਕੇ ਨੇ ਜੀ, ਗੁਰਪਾਲ ਲਿੱਟ ਅਤੇ ਇੱਕ ਸੰਘਾ ਸੀ ਹਰਪਾਲਜੀਤ ਪਾਲੀ ਜੀ। ਇਹ ਦੋਨੇ ਮੇਰੇ ਸੀਨੀਅਰ ਸੀਗੇ। ਇਹ ਲਿਖਦੇ ਵੀ ਸੀ, ਨਾਂ ਵੀ ਬਣ ਚੁੱਕੇ ਸੀ ਇਹਨਾਂ ਦੇ। ਸੋ ਮੈਨੂੰ ਲੱਗਦਾ ਕਿ ਢੁੱਡੀ ਕੇ ਕਾਲਜ ਦੀ ਫਿਜ਼ਾ ਵਿੱਚ ਸਾਹਿਤ ਦਾ ਮਾਹੌਲ ਵੀ ਸੀ। ਮੈਨੂੰ ਲੱਗਦਾ ਕਿ ਮੈਂ 1971 'ਚ ਹੀ ਜਦੋਂ ਮੈਂ ਕਾਲਜ ਵਿੱਚ ਗਿਆ, ਉਦੋਂ ਤੱਕ ਮੈਂ ਬਾਬਾ ਗੇਂਦਾ ਸਿੰਘ ਦੇ ਸੰਪਰਕ ਵਿੱਚ ਆ ਚੁੱਕਾ ਸੀ। ਮੇਰੇ ਪਿੰਡ ਦੇ ਗਦਰੀ ਬਾਬੇ ਸਨ। ਮੈਨੂੰ 1971 'ਚ ਉਹਨਾਂ ਨੇ ਕਿਹਾ ਕਿ ਜੇ ਤੂੰ ਪੜ੍ਹ ਗਿਆ ਫਿਰ ਕੀ ਹੋਏਗਾ, ਅਤੇ ਜਿਹੜੇ ਬਾਕੀ ਲੋਕ ਅਨਪੜ੍ਹ ਹੋਏ ਉਹਨਾਂ ਦਾ ਕੌਣ ਸੋਚੇਗਾ। ਤਾਂ ਮੈਨੂੰ ਉਹਨਾਂ ਨੇ ਨੌਜਵਾਨ ਸਭਾ ਦਾ ਪ੍ਰਧਾਨ ਬਣਾਇਆ ਜੀ। ਬਾਬਾ ਗੇਂਦਾ ਸਿੰਘ ਜਿਹੜੇ ਸੀਗੇ ਉਹ ਗਦਰ ਲਹਿਰ ਦੇ ਕਾਰਕੁਨ ਸੀ ਅਤੇ ਬੜਾ ਲੰਮਾ ਸਮਾਂ ਤੱਕ ਉਹਨਾਂ ਨੂੰ ਪਿੰਡ ਦੇ ਵਿੱਚ ਹੀ ਜੂਹਬੰਦ ਕੀਤਾ ਗਿਆ ਸੀ ਜੀ। ਸੋ ਇਸ ਕਿਸਮ ਦਾ ਮਾਹੌਲ ਸੀ ਜਦੋਂ ਮੈਂ ਪੜ੍ਹਨਾ ਸ਼ੁਰੂ ਕੀਤਾ। ਉਸ ਤੋਂ ਬਾਅਦ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਆ ਗਿਆ ਜੀ। ਉਦੋਂ ਤੱਕ ਮੈਂ ਥੋੜ੍ਹਾ ਬਹੁਤ ਲਿਖਣ ਲੱਗ ਗਿਆ ਸੀ ਕਵਿਤਾ। ਜਿਵੇਂ ਚੜ੍ਹਦੀ ਉਮਰ 'ਚ ਹਰ ਬੱਚਾ ਹੀ ਕਵਿਤਾ ਲਿਖਦਾ, ਹਰ ਨੌਜਵਾਨ ਮੁੰਡਾ ਕਵਿਤਾ ਲਿਖਦਾ। ਉਸ ਕਿਸਮ ਦੀਆਂ ਹਲਕੀਆਂ ਫੁਲਕੀਆਂ ਕਵਿਤਾਵਾਂ ਸੀ, ਬਹੁਤੀਆਂ ਸੀਰੀਅਸ ਕਿਸਮ ਦੀਆਂ ਨਹੀਂ ਸੀ। ਪਰ ਮੈਨੂੰ ਯਾਦ ਆ ਕਿ ਉਹਨਾਂ 'ਚੋਂ ਇੱਕ ਰਚਨਾ ਮੇਰੀ ਜਿਹੜੀ ਸੀਗੀ ਉਹ RC 'ਚ ਛਪੀ ਸੀ ਢੁੱਡੀ ਕੇ ਕਾਲਜ ਵਿੱਚ ਪੜ੍ਹਦਿਆਂ। ਉਹ ਇੱਕ ਗੀਤ ਸੀ ਜੀ। ਤਾਂ ਜਦੋਂ ਉਹ ਪ੍ਰੋਫੈਸਰ ਗੁਰਮੀਤ ਸਿੰਘ ਉਹਨਾਂ ਨੂੰ ਪਤਾ ਲੱਗਾ ਕਿ ਮੇਰਾ ਗੀਤ RC ਵਿੱਚ ਛਪਿਆ ਆ ਤਾਂ ਉਹ ਬੜੇ ਖੁਸ਼ ਵੀ ਹੋਏ ਅਤੇ ਬੜੇ ਹੈਰਾਨ ਵੀ ਹੋਏ ਕਿ ਤੂੰ, ਮੈਨੂੰ ਉਹ ਕਹਿਣ ਲੱਗੇ ਵੀ ਗੁੰਗਿਆ ਤੂੰ ਜਮਾਤ 'ਚ ਤਾਂ ਬੋਲਦਾ ਨਹੀਂ, ਇਹ ਕਿਵੇਂ ਲਿਖਿਆ ਤੂੰ। ਸੋ ਜਦੋਂ ਮੈਂ ਚੰਡੀਗੜ੍ਹ 'ਚ ਆਇਆ ਤਾਂ ਪੰਜਾਬੀ ਡਿਪਾਰਟਮੈਂਟ 'ਚ ਬੜੀ ਵੱਡੇ ਨਾਵਾਂ ਵਾਲੇ ਟੀਚਰ ਸਨ ਉਦੋਂ। ਡਾਕਟਰ ਸੁਰਿੰਦਰ ਸਿੰਘ ਕੋਹਲੀ ਪੰਜਾਬੀ ਦੇ ਬੜੇ ਵਿਦਵਾਨ ਸਨ, ਸਾਡੇ ਸਨਾਤਨੀ ਕਿਸਮ ਦੇ ਅਧਿਆਪਕ ਅਤੇ ਸਨਾਤਨੀ ਕਿਸਮ ਦੇ ਵਿਦਵਾਨ। ਉਹ ਸਾਡੇ ਵਿਭਾਗ ਦੇ ਚੇਅਰਮੈਨ ਸੀ। ਪਰ ਜਿਸ ਟੀਚਰ ਨੇ ਸਾਨੂੰ ਬਹੁਤ ਮੁਤਾਸਰ ਕੀਤਾ ਉਹ ਡਾਕਟਰ ਕੇਸਰ ਸਿੰਘ ਕੇਸਰ ਸਨ। ਉਂਝ ਤਾਂ ਡਿਪਾਰਟਮੈਂਟ ਵਿੱਚ ਡਾਕਟਰ ਬਲਵੀਰ ਸਿੰਘ ਸੰਧੂ ਵੀ ਸਨ, ਡਾਕਟਰ ਦਰਸ਼ਨ ਸਿੰਘ ਸਨ, ਪ੍ਰੋਫੈਸਰ ਰਘਵੀਰ ਸਿੰਘ ਸਨ, ਔਰ ਪ੍ਰੋਫੈਸਰ ਅਤਰ ਸਿੰਘ ਵੀ ਕਦੇ ਕਦੇ ਡਿਪਾਰਟਮੈਂਟ 'ਚ ਆਉਂਦੇ ਹੁੰਦੇ ਸੀਗੇ, ਕਿਉਂਕਿ ਉਦੋਂ ਤੱਕ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਆ ਚੁੱਕੇ ਸੀ। ਪਰ ਕਿਉਂਕਿ ਦੂਜੇ ਮੈਂ ਡਾਕਟਰ ਅਤਰ ਸਿੰਘ ਤੋਂ ਪੜ੍ਹਿਆ ਨਹੀਂ ਉਸ ਤਰ੍ਹਾਂ, ਪਰ ਸਾਨੂੰ ਜਦੋਂ ਡਾਕਟਰ ਕੇਸਰ ਪੜ੍ਹਾਉਂਦੇ ਸੀ ਤਾਂ ਉਹ ਸਿਲੇਬਸ ਦੇ ਨਾਲ ਨਾਲ ਜ਼ਿੰਦਗੀ ਦਾ ਵੀ ਬਹੁਤ ਕੁਝ ਸਾਨੂੰ ਨਾਲ ਪੜ੍ਹਾਉਂਦੇ ਸੀ। ਸੋ ਡਾਕਟਰ ਕੇਸਰ ਨੇ ਵੀ ਲਿਖਣ ਦੀ ਚੇਟਕ ਲਾਈ। ਇਸ ਡਿਪਾਰਟਮੈਂਟ 'ਚ ਆ ਕੇ ਜਦੋਂ ਮੈਂ MA ਕੀਤੀ ਅਤੇ MPhil 'ਚ ਦਾਖਲਾ ਲਿਆ ਅਤੇ ਮੇਰਾ ਪਹਿਲਾ ਰਿਸਰਚ ਆਰਟੀਕਲ ਡਾਕਟਰ ਹਰਭਜਨ ਸਿੰਘ ਬਾਰੇ ਸੀ ਜੀ, ਅਤੇ ਉਹ ਸਿਰਜਣਾ ਮੈਗਜ਼ੀਨ ਵਿੱਚ ਛਪਿਆ ਸੀ। ਅਤੇ ਉਹ ਮੈਨੂੰ ਯਾਦ ਆ ਕਿ ਉਹ ਆਰਟੀਕਲ ਪੜ੍ਹ ਕੇ ਡਾਕਟਰ ਅਤਰ ਸਿੰਘ ਨੇ ਡਾਕਟਰ ਕੇਸਰ ਨੂੰ ਪੁੱਛਿਆ ਵੀ ਇਹ ਮੁੰਡਾ ਕੌਣ ਆ, ਮੇਰੇ ਕੋਲ ਭੇਜਿਓ। ਤਾਂ ਮੈਂ ਗਿਆ,
ਉਹਨਾਂ ਦਿਨਾਂ 'ਚ ਡਾਕਟਰ ਅਤਰ ਸਿੰਘ ਉਹਨਾਂ ਦੀ ਨਵੀਂ ਕਿਤਾਬ ਆਈ ਸੀ, ਤਾਂ ਉਹ ਕਿਤਾਬ ਉਹਨਾਂ ਨੇ ਮੈਨੂੰ ਉਸ ਆਰਟੀਕਲ ਦੀ ਸ਼ਾਬਾਸ਼ੀ ਦੇ ਤੌਰ 'ਤੇ ਦਿੱਤੀ ਸੀ। ਸੋ ਫਿਰ ਇੱਥੇ ਆ ਕੇ ਲਗਾਤਾਰ ਲਿਖਣ ਪੜ੍ਹਨ ਦਾ ਮਾਹੌਲ ਬਣ ਗਿਆ ਜੀ। ਤੇ ਇਹ ਚੱਲੇ ਉਹਦੇ ਨਾਲ ਇੱਕ, ਜਿਵੇਂ ਆਪਾਂ ਜ਼ਿਕਰ ਕਰ ਰਹੇ ਸੀਗੇ ਕਿ ਜਦੋਂ ਤੁਸੀਂ ਐਜ਼ ਅਧਿਆਪਕ ਪੜ੍ਹਾਉਣਾ ਸ਼ੁਰੂ ਕੀਤਾ ਤਾਂ ਉਦੋਂ ਜ਼ਿੰਮੇਵਾਰੀ ਇੱਕ ਤਾਂ ਅਧਿਆਪਕ ਦੀ ਹੁੰਦੀ ਹੈ ਵੀ ਚਲੋ ਜਵਾਕਾਂ ਨੂੰ ਪੜ੍ਹਾਉਣਾ, ਪਰ ਨਾਲ ਦੀ ਨਾਲ ਜੇਕਰ ਦੇਖਿਆ ਜਾਵੇ ਕਿ ਅਸੀਂ ਉਹਨਾਂ ਦੇ ਜੀਵਨ ਨੂੰ, ਉਹਨਾਂ ਦੀ ਸੋਚ ਨੂੰ ਵੀ ਬਦਲਣਾ ਹੁੰਦਾ। ਇਕੱਲਾ ਇਹ ਨਹੀਂ ਕਿ ਉਹ ਜਵਾਕ ਨੇ ਜਿਹੜੇ ਉਹ ਤੁਹਾਡੇ ਸਿਲੇਬਸ 'ਚੋਂ ਵਧੀਆ ਨੰਬਰ ਲੈ ਕੇ ਪਾਸ ਹੋ ਜਾਣ, ਪਰ ਅਧਿਆਪਕ ਦਾ ਅਸਲੀ ਫਰਜ਼ ਤਾਂ ਇਹ ਹੈ ਕਿ ਉਹ ਜ਼ਿੰਦਗੀ ਉਸਨੂੰ ਜੀਣੀ ਸਿਖਾਵੇ, ਜੋ ਕਦਰਾਂ ਕੀਮਤਾਂ ਨੇ ਉਹਨਾਂ ਦੀ ਸੋਝੀ ਵੀ ਜ਼ਰੂਰ ਸਿਖਾਵੇ। ਤੇ ਤੁਸੀਂ ਜਿਵੇਂ ਜ਼ਿਕਰ ਕਰ ਰਹੇ ਸੀਗੇ ਕਿ ਲਿਟਰੇਸੀ ਮਿਸ਼ਨ ਜਿਹੜਾ ਸ਼ੁਰੂ ਹੋਇਆ ਸੀ ਹਰਿਆਣਾ ਦੇ ਵਿੱਚ, ਉਹ ਕਾਫੀ ਵੱਡਾ ਤੁਹਾਡਾ ਵੀ ਯੋਗਦਾਨ ਰਿਹਾ ਹੈ ਵੀ ਲੋਕਾਂ ਨੂੰ ਆਪਾਂ ਸੁਚੇਤ ਕਰਨਾ, ਪਰ ਉਹਦੇ ਵਿੱਚ ਕਾਫੀ ਕਈ ਵਾਰ ਹੁੰਦਾ ਸਿਖਾਉਣਾ ਸੌਖਾ ਤਾਂ ਨਹੀਂ ਹੈਗਾ। ਕੋਈ ਮੁਸ਼ੱਕਤ, ਮਿਹਨਤ ਜਿਹੜੀ ਤੁਹਾਨੂੰ ਕਰਨੀ ਪਈ ਸੀ, ਉਹਦੇ ਵਿੱਚ ਕੁਝ ਯਾਦਾਂ ਸਾਡੇ ਨਾਲ ਜ਼ਰੂਰ ਸਾਂਝੀਆਂ ਕਰੋ, ਕਿਵੇਂ ਤੁਸੀਂ ਵਾਸਤਗੀ ਰੱਖੀ ਸੀ? 1996 ਦੇ ਵਿੱਚ ਲਿਟਰੇਸੀ ਮਿਸ਼ਨ ਦੀ ਟੀਮ ਦੀ ਮੈਨੂੰ ਜਨਰਲ ਸਕੱਤਰ ਬਣਾਇਆ ਗਿਆ। ਐਕਚੁਅਲੀ ਹੋਇਆ ਇਹ ਸੀ ਕਿ ਮੇਰੇ ਤੋਂ ਪਹਿਲਾਂ ਸਿਰਸਾ ਜ਼ਿਲ੍ਹੇ 'ਚ ਜਿਹੜੀ ਲਿਟਰੇਸੀ ਮਿਸ਼ਨ ਦੀ ਟੀਮ ਨੇ ਕੰਮ ਕਰਨਾ ਸ਼ੁਰੂ ਕੀਤਾ, ਉਹਨਾਂ ਲੋਕਾਂ ਨੇ ਇੰਨਾ ਕੰਮ ਕੀਤਾ ਕਿ 3-4 ਸਾਥੀ ਬਿਮਾਰ ਹੋ ਗਏ ਉਹਨਾਂ 'ਚ। ਪੂਰਨ ਮੁਦਗਲ ਤੇ ਪਰਮਾਨੰਦ ਸ਼ਾਸਤਰੀ, ਇਹ ਬੜੇ, ਕਿਉਂਕਿ ਬਹੁਤ ਪਿੰਡਾਂ 'ਚ ਉਹਨਾਂ ਨੇ ਜਾ ਕੇ ਕੰਮ ਕੀਤਾ, ਮਾੜੇ ਪਾਣੀ ਕਰਕੇ ਕਹਿ ਲਓ, ਰੇਤੇ ਕਰਕੇ ਕਹਿ ਲਓ, ਇਹ ਸਾਥੀ ਕੁਝ ਬਿਮਾਰ ਹੋਏ। ਜਦੋਂ ਇਹ ਟੀਮ ਥੱਕ ਹਾਰ ਗਈ ਤਾਂ ਫਿਰ ਡਿਪਟੀ ਕਮਿਸ਼ਨਰ ਸਾਹਿਬ ਡਾਕਟਰ ਅਵਤਾਰ ਸਿੰਘ ਤੇ ਉੱਥੋਂ ਦੇ ਐਸਡੀਐਮ ਸੀ ਜੁੱਧਵੀਰ ਖਿਆਲੀਆ, ਇਹਨਾਂ ਨੇ ਮੈਨੂੰ ਕਿਹਾ ਕਿ ਸਾਰੀ ਟੀਮ ਨੇ ਤੁਹਾਡੇ 'ਤੇ ਗੁਣਾ ਪਾਇਆ, ਤੁਹਾਨੂੰ ਇਹ ਜ਼ਿੰਮੇਵਾਰੀ ਸਾਂਭਣੀ ਪਏਗੀ। ਸੋ 2.5 ਸਾਲ 1996 ਤੋਂ 98 ਤੱਕ ਮੈਂ ਲਿਟਰੇਸੀ ਮਿਸ਼ਨ ਦਾ ਸੈਕਟਰੀ ਰਿਹਾ। ਉੱਥੇ ਅਸੀਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਪੜ੍ਹਨ ਲਈ ਵੀ ਮੋਟੀਵੇਟ ਕੀਤਾ, ਪਰ ਪੜ੍ਹਨ ਨਾਲੋਂ ਵੱਧ ਅਸੀਂ ਲੋਕਾਂ ਨੂੰ ਐਨਵਾਇਰਨਮੈਂਟ ਬਾਰੇ, ਸਾਫ਼ ਸਫਾਈ ਬਾਰੇ, ਮਨੁੱਖੀ ਅਧਿਕਾਰਾਂ ਬਾਰੇ, ਤੇ ਇੱਥੋਂ ਤੱਕ ਕਿ ਜਿਹੜੀ ਆਮ ਸਧਾਰਨ ਬੰਦੇ ਨੂੰ ਜਿਨ੍ਹਾਂ ਚੀਜ਼ਾਂ ਦੀ ਲੋੜ ਹੁੰਦੀ, ਜਿਵੇਂ ਬਲੱਡ ਡੋਨੇਸ਼ਨ ਬਾਰੇ, ਬਲੱਡ ਗਰੁੱਪ ਚੈੱਕ ਕਰਾਉਣ ਵਾਸਤੇ, ਜਾਂ ਨਸ਼ਿਆਂ ਦੇ ਖਿਲਾਫ ਇੱਕੋ ਮੋਰਚਾ ਲਾਇਆ। ਮੈਂ ਸਮਝਦਾ ਕਿ ਉਹਨਾਂ 2.5 ਸਾਲਾਂ 'ਚ ਮੈਂ ਕਾਲਜ ਵਿੱਚ, ਹਾਲਾਂਕਿ ਮੈਨੂੰ ਕਾਲਜ ਤੋਂ ਮੈਂ ਡੈਪੂਟੇਸ਼ਨ 'ਤੇ ਚਲਾ ਗਿਆ ਸੀ ਲਿਟਰੇਸੀ ਮਿਸ਼ਨ 'ਚ, ਪਰ ਮੈਂ ਆਪਣੀ ਕਾਲਜ ਦੇ ਮੈਂ ਪੰਜਾਬ ਵਿਭਾਗ ਦਾ ਕਿਉਂਕਿ ਮੁਖੀ ਸੀ, ਮੈਂ 3 ਪੀਰੀਅਡ ਲਾ ਕੇ ਤੇ ਉਸ ਤੋਂ ਬਾਅਦ ਸ਼ਾਮ ਨੂੰ ਜਿਹੜੀ ਲਿਟਰੇਸੀ ਮਿਸ਼ਨ ਦੀ ਜੀਪ ਲੈ ਕੇ ਤੇ ਟੀਮ ਲੈ ਕੇ ਅਸੀਂ ਪਿੰਡਾਂ 'ਚ ਨਿਕਲਦੇ ਸੀ। ਅਸੀਂ ਲੋਕਾਂ ਨੂੰ ਅਵੇਅਰ ਵੀ ਕਰਦੇ ਸੀ ਉੱਥੇ, ਤੇ ਖਾਸ ਤੌਰ 'ਤੇ ਅਸੀਂ ਵਾਤਾਵਰਣ ਬਾਰੇ ਲੋਕਾਂ ਨੂੰ ਬਹੁਤ ਸੁਚੇਤ ਕੀਤਾ, ਨਸ਼ਿਆਂ ਬਾਰੇ ਬਹੁਤ ਲੋਕਾਂ ਨੂੰ ਸੁਚੇਤ ਕੀਤਾ। ਔਰਤਾਂ, ਕਿਉਂਕਿ ਉਸ ਖਿੱਤੇ 'ਚ ਬਹੁਤ ਵੱਡਾ ਇੱਕ ਇਲਾਕਾ ਸੀ 45 ਜਿਹੜੇ 45 ਪਿੰਡ ਜਿਹੜੇ ਸੀਗੇ ਬਾਗੜੀ ਜਾਟਾਂ ਦੇ ਪਿੰਡ ਸੀਗੇ, ਜਿੱਥੇ ਲਿਟਰੇਸੀ ਨਹੀਂ ਸੀ, ਸਾਨੂੰ ਉੱਥੇ ਬਹੁਤ ਕੰਮ ਕਰਨਾ ਪਿਆ। ਪਰ ਅਸੀਂ ਲਿਟਰੇਸੀ ਦੇ ਨਾਲ ਨਾਲ ਉੱਥੇ ਸਾਰੇ ਪਿੰਡਾਂ ਦੀ ਬਲੱਡ ਗਰੁੱਪਿੰਗ ਕਰਾਈ, ਲੋਕਾਂ ਨੂੰ ਬਲੱਡ ਡੋਨੇਸ਼ਨ ਲਈ ਮੋਟੀਵੇਟ ਕੀਤਾ। ਇਸੇ ਤਰ੍ਹਾਂ ਖਾਸ ਤੌਰ 'ਤੇ ਕੁੜੀਆਂ ਦੀ ਪੜ੍ਹਾਈ ਦੇ ਲਈ, ਕਿਉਂਕਿ ਹਰਿਆਣੇ ਦੇ ਵਿੱਚ ਇਹ ਚੀਜ਼ ਦਾ ਕਾਫੀ ਉਹ ਹੈ, ਥੋੜਾ ਏਰੀਆ ਸਮਝਿਆ ਵੀ ਪਿੰਡਾਂ ਦੇ ਵਿੱਚ ਪੜ੍ਹਾਈ ਲਿਖਾਈ ਨੂੰ ਕੋਈ ਬਾਹਲੀ ਤਵੱਜੋ ਨਹੀਂ ਦਿੰਦੇ ਸੀਗੇ ਉੱਥੇ, ਤੇ ਉਹ ਜੇ ਮਾਹੌਲ ਦੇ ਵਿੱਚ ਬਾਹਰ ਲੈ ਕੇ ਆਉਣਾ ਲੋਕਾਂ ਨੂੰ। ਐਕਚੁਅਲੀ ਇਹ ਸੀਗਾ ਕਿ ਜਿਹੜਾ ਤਾਂ ਖਿੱਤਾ ਨਾਮਧਾਰੀ ਵਸੋਂ ਵਾਲਾ ਸੀ, ਉੱਥੇ ਸਿੱਖਿਆ ਕਾਫੀ ਸੀ, ਉੱਥੇ ਸਿੱਖਿਆ ਦੀ ਏਡੀ ਦਿੱਕਤ ਨਹੀਂ ਸੀ। ਬਹੁਤੀ ਦਿੱਕਤ ਉਸ ਖਿੱਤੇ ਦੀ ਸੀ ਜਿਹੜਾ ਖਿੱਤਾ ਬਰਾਨੀ ਸੀ, ਔਰ ਜਿਹੜਾ ਬਾਗੜੀ ਖਿੱਤਾ ਸੀ, ਜਦੋਂ ਅਸੀਂ 45 ਕਹਿੰਦੇ 45 ਪਿੰਡ ਸੀ ਦੇਸਵਾਲੀਆਂ ਦੇ, ਔਰ ਉੱਥੇ ਬੱਚਿਆਂ ਨੂੰ 5ਵੀਂ ਤੋਂ ਬਾਅਦ ਨਹੀਂ ਸੀ ਪੜ੍ਹਾਉਂਦੇ। ਉੱਥੇ ਸਾਨੂੰ ਬਹੁਤ ਸੰਘਰਸ਼ ਕਰਨਾ ਪਿਆ, ਸਾਨੂੰ ਔਰਤਾਂ ਨੂੰ ਮੋਟੀਵੇਟ ਕਰਨਾ ਪਿਆ, ਸਾਨੂੰ ਪਿੰਡ ਦੇ ਸਿਆਣੇ ਲੋਕਾਂ ਨੂੰ ਮੋਟੀਵੇਟ ਕਰਨਾ ਪਿਆ, ਇੱਥੋਂ ਤੱਕ ਕਿ ਸਾਨੂੰ ਔਰਤਾਂ ਆਪਣੀਆਂ ਧੀਆਂ ਨੂੰ ਪੜ੍ਹਾਉਣ ਲਈ ਔਰਤਾਂ ਸਾਨੂੰ ਆਪਣੇ ਘਰ ਵਾਲਿਆਂ ਤੋਂ ਚੋਰੀ ਛਿਪੇ ਵੀ ਜਿਹੜੀਆਂ ਸੀਗੀਆਂ ਉਹ ਸੰਪਰਕ ਕਰਦੀਆਂ ਸੀ ਉਸ ਖਿੱਤੇ 'ਚ, ਕਿਉਂਕਿ ਘੁੰਡ ਕੱਢਣ ਦਾ ਰਿਵਾਜ਼ ਸੀ। ਅਸੀਂ ਔਰਤਾਂ ਨੂੰ ਇਸ ਗੱਲੋਂ ਸੁਚੇਤ ਕੀਤਾ। ਲਿਟਰੇਸੀ ਮਿਸ਼ਨ ਦੀ ਟੀਮ ਨੇ ਬਹੁਤ ਕੰਮ ਕੀਤਾ, ਸਾਡੀਆਂ ਕੁੜੀਆਂ ਨੇ। ਅਸੀਂ ਔਰਤਾਂ ਦੇ ਘੁੰਡ ਚੁਕਾਏ, ਔਰਤਾਂ ਦੀ ਬਲੱਡ ਗਰੁੱਪਿੰਗ ਕਰਾਈ, ਔਰਤਾਂ ਨੂੰ ਲਿਟਰੇਸੀ ਮਿਸ਼ਨ 'ਚ ਲਿਆ ਕੇ ਮੈਨੂੰ ਯਾਦ ਆ ਕਿ ਅਸੀਂ ਕਲਕੱਤੇ ਤੱਕ ਉਹਨਾਂ ਔਰਤਾਂ ਨੂੰ ਬਲੱਡ ਡੋਨਰਸ ਦੇ ਤੌਰ 'ਤੇ ਲੈ ਕੇ ਗਏ। ਔਰ ਇਸੇ ਤਰ੍ਹਾਂ ਹੀ ਜਿਹੜਾ ਸਾਡੇ ਦਮਦਮਾ ਸਾਹਿਬ ਦੇ ਨਾਲ ਲੱਗਦਾ ਇਲਾਕਾ ਸੀ, ਬਠਿੰਡੇ ਨਾਲ ਲੱਗਦਾ ਇਲਾਕਾ ਸੀ, ਜਿਹਨੂੰ ਅਸੀਂ ਰੋੜੀ ਹਲਕਾ ਕਹਿੰਦੇ ਹਾਂ, ਪੁਰਾਣੀ ਕਾਂਸਟੀਚੁਐਂਸੀ ਹੁੰਦੀ ਸੀ, ਉੱਥੇ ਬਹੁਤ ਅਨਪੜ੍ਹਤਾ ਤੇ ਨਸ਼ੇ ਸੀ। ਸਾਨੂੰ ਨਸ਼ਿਆਂ ਦੇ ਖਿਲਾਫ ਵੀ ਉੱਥੇ, ਮਤਲਬ ਮੈਂ ਸਮਝਦਾ ਕਿ ਉਹ ਜਿਹੜਾ ਅਭਿਆਨ ਸੀ ਸਾਖਰਤਾ ਮਿਸ਼ਨ ਅਭਿਆਨ, ਉਹਦੇ 'ਚੋਂ ਸਿੱਖਣ ਨੂੰ ਬਹੁਤ ਕੁਛ ਮਿਲਿਆ। ਪਰ ਨਤੀਜਾ ਇਹ ਹੋਇਆ ਕਿ ਅਸੀਂ ਬਹੁਤ ਸਾਰੇ ਲੋਕਾਂ ਨੂੰ ਜ਼ਿੰਦਗੀ ਜੀਣ ਦੇ ਅਰਥ ਵੀ ਸਮਝਾ ਸਕੇ। ਜਿਵੇਂ ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਉਦਾਹਰਨ ਦੇ ਦਿਆਂ ਕਿ ਅੱਜ ਕੱਲ੍ਹ ਉਹ ਮੁੰਡਾ ਜਿਹੜਾ ਹੈਗਾ ਲੱਖੀ ਰਾਮ, ਉਹ ਸਿਰਸਾ ਡਿਸਟ੍ਰਿਕਟ ਦੇ ਵਿੱਚ ਸਿਰਸਾ ਗੌਰਮੈਂਟ ਹਸਪੀਟਲ ਦੇ ਵਿੱਚ ਜਿਹੜੀ ਬਲੱਡ ਜਿਹੜਾ ਹੈਗਾ ਬੈਂਕ ਉਹਨਾਂ ਦਾ, ਉਹਦੀ ਉਹ ਜੀਪ ਦਾ ਸੰਚਾਲਕ। ਕਦੇ ਉਹ ਮੁੰਡਾ ਜਿਹੜਾ ਸੀਗਾ ਕ੍ਰਿਮੀਨਲ ਬੈਕਗਰਾਊਂਡ ਦਾ ਸੀ, ਉਹਨੇ ਕਤਲ ਵੀ ਕੀਤਾ, ਉਹ ਭੁੱਕੀ ਵੀ ਵੇਚਦਾ ਰਿਹਾ, ਪਰ ਬਾਅਦ ਵਿੱਚ ਉਹ ਬੈਸਟ ਮੋਟੀਵੇਟਰ ਬਣਿਆ।
ਸਾਡੇ ਹਰਿਆਣੇ ਦੇ ਜਿਹੜੇ ਲਿਟਰੇਸੀ ਮਿਸ਼ਨ ਦੇ ਮੋਟੀਵੇਟਰ ਸੀ ਉਹਨਾਂ ਤੇ ਉਹਨੇ ਬਹੁਤ ਕੰਮ ਕੀਤਾ। ਇਸੇ ਤਰ੍ਹਾਂ ਹੀ ਸਿਰਸਾ ਸ਼ਹਿਰ ਦੀ ਜਿਹੜੀ ਹੈਗੀ ਆ ਉਹ ਮਿਊਨਿਸਪੈਲਿਟੀ ਦੀ ਵਾਈਸ ਪ੍ਰੈਜ਼ੀਡੈਂਟ ਰਹੀ ਕ੍ਰਿਸ਼ਨਾ ਫੋਗਾਟ। ਔਰਤਾਂ ਦੀ ਲਿਟਰੇਸੀ ਲਈ ਕ੍ਰਿਸ਼ਨਾ ਨੇ ਬਹੁਤ ਕੰਮ ਕੀਤਾ ਔਰ ਉਹ ਇੰਨੀ ਫਰਾਟੇਦਾਰ ਪੰਜਾਬੀ ਵਾਗੜੀਆਂ ਦੀ ਕੁੜੀ ਸੀ, ਉਹ ਇੰਨੀ ਫਰਾਟੇਦਾਰ ਪੰਜਾਬੀ ਬੋਲ ਦਿੰਦੀ ਸੀ ਪੰਜਾਬੀ ਇਲਾਕੇ 'ਚ ਕੰਮ ਕਰ ਕਰਕੇ ਕਿ ਪਤਾ ਨਹੀਂ ਸੀ ਲੱਗਦਾ ਕਿ ਉਹ ਪੰਜਾਬੀਆਂ ਦੀ ਕੁੜੀ ਆ ਜਾਂ ਵਾਗੜੀਆਂ ਦੀ ਕੁੜੀ ਆ। ਸੋ ਮੈਂ ਕਹਿਣਾ ਇਹ ਚਾਹੁੰਦਾ ਕਿ ਉਸ ਟੀਮ ਨੇ ਇੱਕ ਸਿੱਖਿਆ ਉੱਥੋਂ ਮੈਂ ਜਿਹੜੀ ਗੱਲ ਸਮਝਣ ਵਾਲੀ ਸੀ ਕਿ ਲੋਕਾਂ 'ਚ ਸਿੱਖਣ ਦੀ ਭੁੱਖ ਬਹੁਤ ਆ ਪਰ ਹਾਲਾਤ ਕਈ ਵਾਰੀ ਉਹਨਾਂ ਨੂੰ ਐਜੂਕੇਸ਼ਨ ਨਹੀਂ ਦੇਣ ਦਿੰਦੇ। ਸੋ ਮੈਂ ਸਮਝਦਾ ਕਿ ਉਹ ਸਾਡਾ ਇੱਕ ਬਹੁਤ ਖੂਬਸੂਰਤ ਤਜਰਬਾ ਸੀ। ਤੇ ਕੋਈ ਹੋਰ ਖਾਸ ਯਾਦਾਂ ਉਸ ਸਮੇਂ ਦੀਆਂ ਜਿਹੜੀਆਂ ਤੁਹਾਨੂੰ ਵੀ ਹੁਣ ਵੀ ਯਾਦ ਹੋਣ, ਕਿਉਂਕਿ ਪਿੰਡਾਂ ਜਾਣਾ ਮਾਹੌਲ ਵੀ ਉੱਥੇ ਆ ਕੋ ਹਾਸੂ ਕਈ ਵਾਰ ਗੱਲ ਹੈ ਜੀ ਆਪਾਂ ਨੂੰ ਲੱਗਦਾ ਵੀ ਹਾਸੇ ਜਿਹੀ ਵਾਲੀ ਗੱਲ ਆ ਪਰ ਉਹਨਾਂ ਲੋਕਾਂ ਦੀ ਦੋ ਘਟਨਾਵਾਂ ਮੈਨੂੰ ਯਾਦ ਨੇ। ਜਿਹੜਾ ਉਹ ਖਿੱਤਾ ਜਿਹਦੀ ਮੈਂ ਗੱਲ ਕਰ ਰਿਹਾ ਉਹ ਇੱਕ ਕੰਸਟੀਚੁਐਂਸੀ ਸੀ ਦੜਬਾ ਕੰਸਟੀਚੁਐਂਸੀ। ਇੱਕ ਤਾਂ ਉੱਥੇ ਪਿੰਡਾਂ 'ਚ ਜਿਹੜੀਆਂ ਸੜਕਾਂ ਨਹੀਂ ਸੀ ਪ੍ਰੋਪਰ ਨੈਟਵਰਕਿੰਗ ਨਹੀਂ ਸੀ, ਪਾਣੀ ਬਹੁਤ ਵੱਡੀ ਸਮੱਸਿਆ ਸੀ। ਜਦੋਂ ਅਸੀਂ ਲਿਟਰੇਸੀ ਮਿਸ਼ਨ ਦਾ ਕੰਮ ਸ਼ੁਰੂ ਕੀਤਾ ਤਾਂ ਅਸੀਂ ਇੱਕ ਪਿੰਡ ਜਾ ਕੇ ਵਿਜ਼ਿਟ ਕੀਤਾ ਜਿਹੜਾ ਆਖਰੀ ਪਿੰਡ ਸੀ ਹਰਿਆਣੇ ਦਾ, ਰਾਜਸਥਾਨ ਨਾਲ ਲੱਗਦਾ ਸੀ, ਚੂਰੂ ਡਿਸਟ੍ਰਿਕਟ ਨਾਲ। ਤਾਂ ਉੱਥੇ ਕੋਈ 2 ਮੀਲ ਲੰਬੀ ਘੜਿਆਂ ਦੀ ਲਾਈਨ ਸੀ ਤੇ ਪੁੱਛਿਆ ਲੋਕਾਂ ਨੂੰ ਵੀ ਸਭ ਤੋਂ ਵੱਡੀ ਸਮੱਸਿਆ ਕੀ। ਉਹ ਕਹਿੰਦੇ ਵੀ ਔਰਤਾਂ ਨੇ ਕਿਹਾ ਵੀ ਟੂਟੀ ਨਹੀਂ ਆਉਂਦੀ, ਪਾਣੀ ਦੀ ਬਹੁਤ ਦਿੱਕਤ ਆ। ਤਾਂ ਮੈਂ ਲਿਟਰੇਸੀ ਮਿਸ਼ਨ ਵਾਲੀਆਂ ਕੁੜੀਆਂ ਨੂੰ ਰਾਤ ਨੂੰ ਭੇਜਿਆ ਉੱਥੇ ਕਿ ਤੁਸੀਂ ਜਾਓ ਜਿਹੜੇ ਘੜੇ ਨੇ ਉੱਥੇ ਲਿਟਰੇਸੀ ਮਿਸ਼ਨ ਦੇ ਸਿੰਬਲ ਬਣਾ ਕੇ ਆਓ ਤਾਂ ਕਿ ਇਹਨਾਂ ਔਰਤਾਂ 'ਚ ਜਿਗਿਆਸਾ ਜਾਵੇ ਕਿ ਲਿਟਰੇਸੀ ਮਿਸ਼ਨ ਹੈ ਕੀ। ਕੋਈ 2 ਕਿਲੋਮੀਟਰ ਲੰਬੀ ਲਾਈਨ ਸੀ ਘੜਿਆਂ ਦੀ। ਸਾਡੀਆਂ ਬੱਚੀਆਂ ਨੇ ਰਾਤ ਨੂੰ ਜਾ ਕੇ ਚਾਕ ਮਿੱਟੀ ਨਾਲ ਸਾਰੇ ਘੜਿਆਂ 'ਤੇ ਲਿਟਰੇਸੀ ਮਿਸ਼ਨ ਦੇ ਸਿੰਬਲ ਜਿਹੜਾ ਆਦਮੀ ਔਰਤ ਦਾ ਬਾਹਾਂ ਚੁੱਕ ਕੇ ਸਾਂਝੀ ਜ਼ਿੰਮੇਵਾਰੀ ਨਿਭਾਉਣ ਦਾ ਸਿੰਬਲ ਸੀ ਉਹ ਘੜਿਆਂ ਦੇ ਉੱਤੇ ਬਣਾ ਦਿੱਤਾ। ਤੜਕੇ 3 ਵਜੇ ਜਦੋਂ ਪਾਣੀ ਆਇਆ ਉੱਥੇ ਜਿਹਨੂੰ ਟੂਟੀ ਕਹਿੰਦੇ ਸੀ ਵੀ ਟੂਟੀ ਆਈ ਤੇ ਕਿਸੇ ਨੇ ਮੰਦਿਰ 'ਚ ਜਾ ਕੇ ਬੁਲਾ ਦਿੱਤਾ ਕਿ ਘੜਿਆਂ ਦੇ ਉੱਤੇ ਕਿਸੇ ਨੇ ਟੂਣਾ ਕਰਤਾ ਕੋਈ ਵੀ ਘੜਿਆਂ ਦਾ ਪਾਣੀ ਨਾ ਪੀਓ। ਤੇ ਫਿਰ ਦਿਨ ਚੜ੍ਹੇ ਉਹਨਾਂ ਨੇ ਸਾਰੇ ਘੜੇ ਭੰਨ ਦਿੱਤੇ। ਸਾਨੂੰ ਜਦੋਂ ਪਤਾ ਲੱਗਿਆ ਫਿਰ ਅਸੀਂ ਸ਼ਾਮ ਨੂੰ ਇੱਕ ਘੜਾ ਬਚਿਆ ਸੀ ਜਿਹਦੇ 'ਚ ਪਾਣੀ ਸੀ, ਸ਼ਾਮ ਨੂੰ ਮੈਂ ਆਪਣੀ ਟੀਮ ਨਾਲ ਲੈ ਕੇ ਗਿਆ। ਉਸੇ ਮੰਦਿਰ 'ਚ ਲੋਕ ਇਕੱਠੇ ਕੀਤੇ, ਉਹਨਾਂ ਨੂੰ ਦੱਸਿਆ ਵੀ ਇਹ ਘੜੇ ਅਸੀਂ ਸਿੰਬਲ ਬਣਾਏ ਸੀ, ਕਿਉਂ ਬਣਾਏ ਸੀ ਉਹ ਤੁਹਾਨੂੰ ਸਮਝਾਉਂਦੇ ਆ। ਜੇ ਤੁਹਾਨੂੰ ਡਰ ਆ ਵੀ ਇਹ ਪਾਣੀ ਕਿਸੇ ਨੇ ਟੂਣਾ ਕੀਤਾ ਲਿਆਓ ਇਹ ਪਾਣੀ ਅਸੀਂ ਪੀਂਦੇ ਆ, ਅਸੀਂ ਪਾਣੀ ਪੀਤਾ, ਲੋਕਾਂ ਨੂੰ ਕੋਈ ਤਸੱਲੀ ਆਈ। ਬਾਅਦ ਵਿੱਚ ਅਸੀਂ ਨੂੰ ਦੱਸਿਆ ਵੀ ਇਹ ਜਿਹੜਾ ਸਿੰਬਲ ਬਣਾਇਆ ਇਹ ਜਿਹੜੀ ਅਸੀਂ ਉੱਤੇ ਚਿੱਤਰ ਬਣਾਇਆ ਆ ਇਹ ਤਾਂ ਆਦਮੀ ਤੇ ਔਰਤ ਦਾ ਜ਼ਿੰਦਗੀ ਨੂੰ ਸਾਂਝੇ ਤੌਰ ਤੇ ਚਲਾਉਣ ਦਾ ਅਹਿਦ ਆ ਤੇ ਅਸੀਂ ਤੁਹਾਡੇ ਬੱਚਿਆਂ ਨੂੰ ਪੜ੍ਹਾਉਣਾ ਚਾਹੁੰਦੇ ਆ। ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਵੀ ਉਸ ਪਿੰਡ ਦੀ ਜਿਹੜੀ ਸਰਪੰਚ ਸੀ ਉਹ ਮੇਰੀ ਭੈਣ ਬਣੀ। ਅਸੀਂ ਉਹਨੂੰ ਕਹਿ ਕੇ ਬਹੁਤ ਸਾਰੀਆਂ ਔਰਤਾਂ ਦੇ ਘੁੰਡ ਚੁਕਾਏ ਔਰ ਉਸ ਖਿੱਤੇ ਦੀਆਂ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ 5ਵੀਂ ਜਮਾਤ 'ਚੋਂ ਹਟਾ ਲਈਆਂ ਜਾਂਦੀਆਂ ਸੀ, ਬਹੁਤ ਸਾਰੇ ਪਿੰਡਾਂ ਦੇ ਸਕੂਲ ਅਪਗ੍ਰੇਡ ਕਰਾਏ ਸੀ DC ਸਾਹਿਬ ਨੂੰ ਕਹਿ ਕੇ ਮੈਂ ਤੇ ਹੋਰ ਜਿਹੜੀ ਸੀ ਪ੍ਰਸ਼ਾਸਨ ਨੂੰ ਕਹਿ ਕੇ। ਔਰ ਬਹੁਤ ਸਾਰੀਆਂ ਬੱਚੀਆਂ ਸਕੂਲ ਪਹਿਲੀ ਵਾਰ ਹੋਇਆ ਕਿ ਉਸ ਖਿੱਤੇ 'ਚ ਬੱਚੀਆਂ 5ਵੀਂ ਤੋਂ ਬਾਅਦ ਸਕੂਲ ਜਾਣ ਲੱਗੀਆਂ। ਤੇ ਜਦੋਂ ਇਹ ਸਾਰਾ ਕੰਮ ਚੱਲ ਰਿਹਾ ਕਈ ਵਾਰ ਹੁੰਦਾ ਵੀ ਮਾਹੌਲ ਕਈ ਵਾਰ ਨਿਰਾਸ਼ ਤੱਕ ਕੋਈ ਲੱਗੇ ਵੀ ਹਾਂ ਪੜ੍ਹਾਉਣਾ ਕਿਉਂਕਿ ਸੌਖਾ ਤਾਂ ਹੈ ਨਹੀਂ ਬਹੁਤ। ਵੇਖੋ 2 ਗੱਲਾਂ ਸੀ। ਇੱਕ ਤਾਂ ਇਹ ਸੀ ਸਾਡੇ ਲਈ ਸਭ ਤੋਂ ਵੱਡੀ ਡੀਮੋਟੀਵੇਸ਼ਨ ਜਿਹੜੀ ਸੀ ਉਹ ਸਾਡੇ ਅਧਿਆਪਕ ਸਨ। ਜਿਹੜੇ ਗੌਰਮੈਂਟ ਸਕੂਲਾਂ 'ਚ ਅਧਿਆਪਕ ਬੱਚਿਆਂ ਲਈ ਤਵੱਜੋ ਨਹੀਂ ਸੀ ਦਿੰਦੇ ਤੇ ਬਹੁਤ ਸਾਰੇ ਪਿੰਡਾਂ ਦੇ ਬਜ਼ੁਰਗ ਸਾਨੂੰ ਇਹ ਮਿਹਣਾ ਮਾਰਦੇ ਸੀ ਕਿ ਤੁਸੀਂ ਕਿਵੇਂ ਪੜ੍ਹਾਓਗੇ ਸਾਨੂੰ ਫ੍ਰੀ। ਜਿਹੜੇ ਅਧਿਆਪਕਾਂ ਨੂੰ 60-60 ਹਜ਼ਾਰ ਰੁਪਏ ਤਨਖਾਹ ਮਿਲਦੀ ਉਹ ਤਾਂ ਸਾਡੇ ਬੱਚਿਆਂ ਨੂੰ ਪੜ੍ਹਾਉਂਦੇ ਨਹੀਂ, ਇਹਨਾਂ ਨੂੰ ਕਹੋ ਸਾਡੇ ਬੱਚਿਆਂ ਨੂੰ ਵੀ ਪੜ੍ਹਾ ਦੇਣ। ਸੋ ਇਸ ਕਿਸਮ ਦੀਆਂ ਦਿੱਕਤਾਂ ਵੀ ਆਉਂਦੀਆਂ ਸੀ। ਬਹੁਤ ਸਾਰੇ ਥਾਵਾਂ 'ਤੇ ਜਿਹੜੇ ਬਾਬੇ ਸੀ ਸੰਤ ਸੀ ਉਹ ਸਾਡੀ ਵਿਰੋਧਤਾ ਕਰਦੇ ਸੀ ਕਿਉਂਕਿ ਜੇ ਲੋਕ ਪੜ੍ਹ ਲੱਗੇ ਤਾਂ ਸਾਧਾਂ ਨੂੰ ਕਿਉਂ ਮਿਲਣਗੇ। ਤੀਜੀ ਵਿਰੋਧਤਾ ਸਾਡੀ ਇੱਕ ਖਿੱਤੇ ਵੱਲੋਂ ਹੁੰਦੀ ਸੀ, ਖਾਸ ਤੌਰ 'ਤੇ ਜਿਹੜਾ ਖਿੱਤਾ ਰੋੜੀ ਹਲਕੇ ਦਾ ਸੀ ਜਿੱਥੇ ਭੁੱਕੀ ਬਹੁਤ ਵਿਕਦੀ ਸੀ ਤੇ ਲਿਟਰੇਸੀ ਮਿਸ਼ਨ ਦੀ ਜੀਪ ਜਦੋਂ ਰਾਤ ਨੂੰ ਪਿੰਡਾਂ 'ਚ ਜਾਂਦੀ ਸੀ ਤਾਂ ਭੁੱਕੀ ਵੇਚਣ ਵਾਲਿਆਂ ਨੂੰ ਲੱਗ ਜਾਂਦਾ ਸੀ ਵੀ ਜਿਵੇਂ ਪੁਲਿਸ ਆ ਗਈ ਤੇ ਉਹ ਆਪਣੀ ਭੁੱਕੀ ਛੱਡ ਕੇ ਭੱਜ ਜਾਂਦੇ ਸੀਗੇ। ਉਹਨਾਂ ਨੇ ਸਾਡਾ ਬੜਾ ਲਹੂ ਪੀਤਾ। ਉਹਨਾਂ ਨੇ ਇੱਥੋਂ ਤੱਕ ਕੀਤਾ ਵੀ ਜਦੋਂ ਅਸੀਂ ਕਿਸੇ ਪਿੰਡ 'ਚ ਰਾਤ ਨੂੰ ਜਲਸਾ ਮੁਜ਼ਾਹਰਾ ਕਰਦੇ ਸੀ ਸਾਡੇ ਇੱਟਾਂ ਵੀ ਮਾਰਦੇ ਸੀ। ਇੱਕ ਵਾਰੀ ਸਾਡੇ ਦੇ ਉੱਤੇ ਫਾਇਰ ਵੀ ਕੀਤਾ ਉਹਨਾਂ ਨੇ, ਬੜੀ ਬਚਤ ਹੋਈ ਵੀ SDM ਸਾਹਿਬ ਬੋਲ ਰਹੇ ਸੀ ਤੇ ਫਾਇਰ ਉਹਦੇ ਸਿਰ ਦੇ ਉੱਤੋਂ ਦੀ ਲੰਘ ਗਿਆ। ਉਹ ਜਿਸ ਮੁੰਡੇ ਦਾ ਮੈਂ ਜ਼ਿਕਰ ਕੀਤਾ ਲੱਖੀ ਰਾਮ ਦਾ ਉਹ ਉਹੀ ਸੀ। ਬਾਅਦ ਵਿੱਚ ਉਹ ਸਾਡਾ ਲਿਟਰੇਸੀ ਮਿਸ਼ਨ ਦਾ ਸਮਰਥਕ ਬਣਿਆ ਤੇ ਇਸ ਵੇਲੇ ਉਹ ਜਿਹੜਾ ਹੈਗਾ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਉਹ ਜੌਬ ਕਰ ਰਿਹਾ ਬਹੁਤ ਅੱਛੀ ਬਲੱਡ ਬੈਂਕ ਦੇ ਵਿੱਚ। ਜੋਗੀਆਂ ਦਾ ਮਹੱਲੇ ਦੇ ਵੀ ਤੁਸੀਂ ਜ਼ਿਕਰ ਕੀਤਾ ਸੀ। ਜੋਗੀਆਂ ਦਾ ਮਹੱਲਾ ਇਹ ਸੀ ਕਿ ਸਰਸੇ ਚੱਕ ਰੈਗ ਪਿਕਰਸ ਦਾ ਮਹੱਲਾ ਸੀ ਜਿੱਥੇ ਬਹੁਤੇ ਜੋਗੀ ਸੀ ਉਹ ਮੰਗਲ ਚੱਲ ਜਾਂਦੇ ਸੀ, 6-6 ਮਹੀਨਿਆਂ ਬਾਅਦ ਆਉਂਦੇ ਸੀ। ਕੁੜੀਆਂ ਜਿਹੜੀਆਂ ਰੈਗ ਪਿਕਿੰਗ ਦਾ ਕੰਮ ਕਰਦੀਆਂ ਸੀ ਉਸ ਮਹੱਲੇ ਦੇ ਵਿੱਚ ਬਹੁਤ ਸਾਰੇ ਮੁੰਡੇ ਯੰਗ ਮੁੰਡੇ ਐਸੇ ਸੀ ਕਿ ਜਿਹੜੇ ਸ਼ਰਾਬ ਵੇਚਦੇ ਸੀ ਕਿਉਂਕਿ ਬੰਸੀ ਲਾਲ ਦੇ ਦੌਰ 'ਚ ਸ਼ਰਾਬਬੰਦੀ ਸੀ। ਅਸੀਂ ਉਹਨਾਂ ਕੁੜੀਆਂ ਨੂੰ ਪੜ੍ਹਾਉਣ ਲਈ ਬੜੇ ਤਰੱਦਦ ਕੀਤੇ। ਸਾਡੇ 2 ਅਧਿਆਪਕਾਂ ਨੇ ਬਹੁਤ ਕਮਾਲ ਦਾ ਕੰਮ ਕੀਤਾ। ਇੱਕ ਅੰਗਰੇਜ਼ੀ ਦੇ ਲੈਕਚਰਰ ਸਨ ਕਰਤਾਰ ਸਿੰਘ ਤੇ ਦੂਜੀ ਕ੍ਰਿਸ਼ਨਾ ਫੋਗਾਟ। ਉਹ ਬੱਚਿਆਂ ਨੂੰ ਅਸੀਂ ਸਿੱਧਾ ਨਹੀਂ ਪੜ੍ਹਾਇਆ, ਅਸੀਂ ਪਹਿਲਾਂ ਉਹਨਾਂ ਨੂੰ ਸਿਲਾਈ ਸਿਖਾਈ,
ਸਿਲਾਈ ਸਿਖਾਉਣ ਤੋਂ ਬਾਅਦ ਅਸੀਂ ਉਹਨਾਂ ਨੂੰ ਕੱਪੜਾ ਲਿਆ ਕੇ ਦਿੱਤਾ ਵੀ ਕੱਪੜੇ ਸਿਓ ਲਓ ਆਪੋ ਆਪਣੇ। ਫਿਰ ਅਸੀਂ ਸਕੂਲਾਂ 'ਚ ਕੁਝ ਆਰਡਰ ਦਵਾਏ ਉਹਨਾਂ ਨੂੰ। ਫਿਰ ਉਹਨਾਂ ਨੂੰ ਕੁੜੀਆਂ ਨੂੰ ਲੋੜ ਮਹਿਸੂਸ ਹੋਈ ਵੀ ਸਾਨੂੰ ਇੰਚੀ ਟੇਪ 'ਤੇ ਮਿਲਣਾ ਨਹੀਂ ਆਉਂਦਾ ਜਾਂ ਸਾਨੂੰ ਬੱਚਿਆਂ ਨੂੰ ਡਾਇਰੀ ਦੇ ਨਾਂ ਨਹੀਂ ਲਿਖਣੇ ਆਉਂਦੇ। ਤਾਂ ਅਸੀਂ ਉਹਨਾਂ ਕੁੜੀਆਂ ਨੂੰ ਹੌਲੀ ਹੌਲੀ ਮੋਟੀਵੇਟ ਕਰਕੇ ਪਹਿਲਾਂ ਉਹਨਾਂ ਨੂੰ ਸਿਲਾਈ ਕਢਾਈ ਸਿਖਾਈ ਅਤੇ ਉਹਨਾਂ ਨੂੰ ਸਿਖਾਇਆ ਕਿ ਇਹਦੇ ਨਾਲ ਤੁਹਾਡੀ ਰੋਜੀ ਰੋਟੀ ਤੁਰੇਗੀ। ਅਤੇ ਜਦੋਂ ਉਹਨਾਂ ਨੇ ਸਿਲਾਈ ਕਰਨੀ ਸਿੱਖ ਲਈ, ਕੱਪੜਾ ਕੱਟਣ ਦੀ ਲੋੜ ਪਈ, ਬੱਚਿਆਂ ਦੇ ਨਾਂ ਲਿਖਣ ਦੀ ਲੋੜ ਪਈ, ਫਿਰ ਹੌਲੀ ਹੌਲੀ ਲਿਟਰੇਸੀ ਵੱਲ ਨੂੰ ਆਉਣਾ। ਅਸੀਂ ਪਹਿਲਾਂ ਨੀਡ ਜਨਰੇਟ ਕਰਦੇ ਸੀ, ਅਸੀਂ ਬੰਦਿਆਂ ਨੂੰ ਸਿੱਧਾ ਕਾਇਦਾ ਨਹੀਂ ਸੀ ਫੜਾਉਂਦੇ। ਦੂਜੇ ਜ਼ਿਲ੍ਹਿਆਂ ਨਾਲੋਂ ਹਰਿਆਣੇ 'ਚ ਬਹੁਤ ਘੱਟ ਲੋਕ ਪੜ੍ਹਾਏ ਸੀ। ਦੂਜੇ ਜ਼ਿਲ੍ਹਿਆਂ 'ਚ ਲੋਕਾਂ ਨੇ ਲਿਖ ਦਿੱਤਾ ਕਿ ਅਸੀਂ 2-2 ਲੱਖ ਲੋਕ ਪੜ੍ਹਾਏ। ਅਸੀਂ ਜਿਹੜਾ ਸੀਗਾ, ਜਦੋਂ ਮੈਂ 2.5 ਸਾਲ ਕੰਮ ਕੀਤਾ, ਅਸੀਂ ਤਾਂ 3506 ਬੰਦਿਆਂ ਦੀ ਲਿਸਟ ਦਿੱਤੀ ਵੀ ਅਸੀਂ ਇਹ ਪੜ੍ਹਾਏ ਆ। ਪਰ ਅਸੀਂ ਉਹਨਾਂ ਨੂੰ ਕੇਵਲ 3 ਕਾਇਦੇ ਨਹੀਂ ਸੀ ਪੜ੍ਹਾਏ। ਅਸੀਂ ਉਹਨਾਂ ਨੂੰ ਕਿਸੇ ਨਾ ਕਿਸੇ ਕਾਰੋਬਾਰ ਦੇ, ਕੁਛ ਲੋਕਾਂ ਨੇ ਆਟਾ ਚੱਕੀਆਂ ਲਾਈਆਂ, ਕੁਛ ਲੋਕਾਂ ਨੇ ਹੋਰ ਨਿੱਕੇ ਮੋਟੇ ਆਪਣੇ ਕੰਮ ਸ਼ੁਰੂ ਕੀਤੇ, ਸਿਲਾਈ ਦਾ ਕੰਮ ਸ਼ੁਰੂ ਕੀਤਾ ਕੁਛ ਲੋਕਾਂ ਨੇ। ਸੋ ਮੈਨੂੰ ਲੱਗਦਾ ਹੁੰਦਾ ਕਿ ਉਹ ਪੀਰੀਅਡ ਇੱਕ ਗੱਲੋਂ ਇਸ ਕਰਕੇ ਬਿਹਤਰ ਸੀ ਕਿ ਹਰਿਆਣੇ ਦੇ ਕੁਝ ਲੇਖਕਾਂ ਨੂੰ ਮੈਂ ਰਾਤ ਨੂੰ ਪਿੰਡਾਂ 'ਚ ਲੈ ਕੇ ਗਿਆ। ਜਿਹੜੇ ਲੇਖਕ ਸ਼ਹਿਰ 'ਚ ਇੱਕ ਦੂਜੇ ਦੀਆਂ ਕਵਿਤਾਵਾਂ ਅਤੇ ਗਜ਼ਲਾਂ ਸੁਣਾ ਕੇ ਖੁਸ਼ ਹੋ ਜਾਂਦੇ ਸੀਗੇ, ਅਸੀਂ ਜਦੋਂ ਰਾਤ ਨੂੰ ਪਿੰਡਾਂ 'ਚ ਲੈ ਕੇ ਜਾਂਦੇ ਸੀ ਤਾਂ ਉਹ ਲੋਕਾਂ ਨਾਲ ਮਿਲਦੇ ਸੀ, ਗਿਲਦੇ ਸੀ, ਉਹ ਬੜੇ ਖੁਸ਼ ਹੁੰਦੇ ਸੀ। ਜਿਹੜੀ ਕਿਤਾਬ ਤੁਸੀਂ ਹੱਥ 'ਚ ਮੇਰੇ ਹੈ, ਤੁਹਾਡੀ ਪਹਿਲੀ ਕਿਤਾਬ ਹੈ ਜੋ ਤੁਸੀਂ ਪੰਜਾਬੀ ਕਵਿਤਾ ਦੀ ਆਲੋਚਨਾ 'ਤੇ ਲਿਖੀ ਹੋਈ ਹੈ, ਤੇ ਉਹਦੇ ਨਾਲ ਜਿਹੜੀ ਪੰਜਾਬੀ ਸੂਫੀ ਕਾਵ, ਕਿਉਂਕਿ ਆਧੁਨਿਕ ਕਾਵ ਤੇ ਸੂਫੀ ਕਾਵ ਇਹ ਤੋਂ ਤੁਸੀਂ ਸਿੱਖ ਕੇ ਅੱਗੇ ਜਿਹੜੀ ਹੈ ਕਵਿਤਾ ਦਾ ਦੌਰ ਅੱਗੇ ਚੱਲਦਾ ਹੁੰਦਾ, ਤੁਸੀਂ ਸਾਰਿਆਂ 'ਤੇ ਲਿਖਿਆ। ਫਿਲਹਾਲ ਇਹ ਜਿਹੜੀ ਪਹਿਲੀ ਕਿਤਾਬ ਹੈ ਤੁਸੀਂ ਕਦੋਂ ਲਿਖੀ ਤੇ ਵਿੱਚ ਵਿਸਥਾਰਪੂਰਵਕ ਕੀ ਜਾਣਕਾਰੀ ਕਿਸ ਉੱਤੇ? ਜੀ ਅਸਲ 'ਚ ਇਹ ਮੇਰੇ PhD ਦੇ ਕੰਮ ਦਾ ਹੀ ਕਿਤਾਬੀ ਰੂਪ ਆ ਜੀ। ਮੈਂ 1991 'ਚ PhD ਕੀਤੀ ਆਧੁਨਿਕ ਪੰਜਾਬੀ ਕਵਿਤਾ ਦੇ ਕਾਵਿ ਸ਼ਾਸਤਰ 'ਤੇ। ਪਰ ਫਿਰ ਮੈਂ ਵਿੱਚੋਂ ਲਿਟਰੇਸੀ ਮਿਸ਼ਨ ਚਲਾ ਗਿਆ, ਅਧਿਆਪਨ ਦੇ ਕੰਮ 'ਚ ਜੁੜ ਗਿਆ, ਹੋਰ ਕੰਮ ਕਰਦਾ ਰਿਹਾ ਅਤੇ ਕਿਤਾਬ ਛਪਾਉਣ ਦੀ ਵਿਹਲ ਨਹੀਂ ਮਿਲੀ। ਫਿਰ ਜਾ ਕੇ ਕਿਤੇ 97 'ਚ ਜਦੋਂ ਬਹੁਤ ਵਾਰੀ, ਜਦੋਂ ਮੇਰਾ ਥੀਸਿਸ ਬਹੁਤ ਸਾਰੇ ਬੱਚਿਆਂ ਨੇ ਫੋਟੋਕਾਪੀ ਕਰਾਇਆ ਇਹਨੂੰ, ਜਦੋਂ ਮੇਰਾ ਥੀਸਿਸ ਫਟਣ ਵਾਲਾ ਹੋ ਗਿਆ ਤਾਂ ਮੇਰੇ ਇੱਕ ਮਿੱਤਰ ਨੇ ਕਿਹਾ ਵੀ ਹੁਣ ਤੂੰ ਥੀਸਿਸ ਛੱਡਦਾ, ਇੱਥੇ ਆਪਾਂ ਇਹਨੂੰ ਕਿਤਾਬ ਹੀ ਛਾਪ ਦਿੰਦੇ ਹਾਂ, ਕਿਉਂ ਦੁਖੀ ਹੁੰਦਾ। ਤਾਂ ਫਿਰ ਇਹ 97 ਦੇ ਵਿੱਚ ਇਹ ਕਿਤਾਬ ਛਪੀ। 98 ਦੇ ਵਿੱਚ ਇਹਨੂੰ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਦਾ ਪਹਿਲਾ ਪੁਰਸਕਾਰ ਮਿਲਿਆ। ਅਤੇ ਇਹ ਜਿਹੜੇ ਤੁਹਾਡੇ ਹੱਥ 'ਚ ਕਿਤਾਬ ਹੈ, ਚੌਥਾ ਐਡੀਸ਼ਨ ਆ। ਇਸ ਕਿਤਾਬ ਦੇ ਬਾਰ-ਬਾਰ ਐਡੀਸ਼ਨ ਛਪਦੇ ਰਹੇ ਆ। ਕੀ ਇਹ 'ਚ ਜਾਣਕਾਰੀ ਤੁਸੀਂ? ਇਹਦੇ 'ਚ ਇਹ ਸੀ ਕਿ ਪੰਜਾਬੀ ਜਿਹੜੇ ਕਵੀ ਨੇ ਉਹ ਕਵਿਤਾ ਨੂੰ ਕੀ ਸਮਝਦੇ ਆ, ਜਾਂ ਪੰਜਾਬੀ ਕਵੀਆਂ ਦਾ ਕਵਿਤਾ ਬਾਰੇ ਕੋਈ ਆਪਣਾ ਸਿਧਾਂਤ ਆ, ਕੀ ਅਸੀਂ ਸਿਧਾਂਤ ਬਾਹਰੋਂ ਲੈਂਦੇ ਹਾਂ ਕਿ ਸਾਡੇ ਕਵੀਆਂ ਦਾ ਕਵਿਤਾ ਬਾਰੇ ਕੋਈ ਆਪਣਾ ਸਿਧਾਂਤ ਵੀ ਆ। ਇਹ ਇਸ ਮਸਲੇ 'ਤੇ ਕਿਤਾਬ ਸੀਗੀ ਇਹ। ਤੇ ਹੁਣ ਜੇਕਰ ਤੁਸੀਂ ਕਿਤਾਬ ਦਾ ਜ਼ਿਕਰ ਕੀਤਾ, ਅੱਜ ਦੇ ਹਾਲਾਤਾਂ ਨਾਲ ਕਿਵੇਂ ਕੰਪੇਅਰ ਕਰਦੇ ਹੋ? ਦੇਖੋ, ਅੱਜ ਇਹ ਨਹੀਂ, ਪਾਠਕ ਨਹੀਂ ਘੱਟ ਰਹੇ, ਕਿਤਾਬ ਵੱਧ ਛਪਦੀ ਆ, ਵੱਧ ਗਿਣਤੀ 'ਚ ਵਿਕਦੀ ਆ। ਪਰ ਇਹ ਆ ਵੀ ਜਿਹੜੇ ਸਾਡੇ ਨਵੇਂ ਲੇਖਕ ਆ ਉਹਨਾਂ ਨੂੰ ਛਪਣ ਦੀ ਕਾਹਲ ਬਹੁਤ ਆ, ਇਨਾਮਾਂ ਦੀ ਕਾਹਲ ਬਹੁਤ ਆ। ਅਸਲ 'ਚ ਜਿਹੜੀ ਲਿਖਤ ਆ, ਖਾਸ ਤੌਰ 'ਤੇ ਜਿਹੜਾ ਸਾਹਿਤ ਆ, ਜਾਂ ਜਿੰਨੀਆਂ ਵੀ ਸੂਖਮ ਕਲਾਵਾਂ ਨੇ, ਚਾਹੇ ਉਹ ਪੇਂਟਿੰਗ ਆ, ਚਾਹੇ ਉਹ ਸੰਗੀਤ ਆ, ਚਾਹੇ ਉਹ ਬੁੱਤ ਤਰਾਸ਼ੀ ਆ, ਸੂਖਮ ਕਲਾਵਾਂ ਬਹੁਤ ਸਾਧਨਾ ਮੰਗਦੀਆਂ ਹੁੰਦੀਆਂ ਆ ਜੀ। ਇਹ ਉਮਰਾਂ ਦੇ ਮਸਲੇ ਨੇ, ਉਮਰਾਂ ਲੱਗ ਜਾਂਦੀਆਂ ਨੇ ਜੀ। ਪਰ ਜਿਹੜੀ ਨਵੀਂ ਪੀੜ੍ਹੀ ਆ, ਕੁਝ ਤਾਂ ਮੀਡੀਆ ਨੇ ਸਾਨੂੰ ਕੰਮ ਸਾਡਾ ਬਹੁਤ ਸੌਖਾ ਕਰਤਾ ਕਿ ਹਰ ਬੰਦਾ ਕਿਤਾਬ ਛਾਪ ਲੈਂਦਾ। ਹੁਣ ਕਿਤਾਬ ਛਾਪਣੀ ਕੋਈ ਬਹੁਤੀ ਮੁਸ਼ਕਿਲ ਨਹੀਂ, ਨਵੀਂ ਟੈਕਨੋਲੋਜੀ ਨਾਲ ਕਿਤਾਬ ਛਪਣੀ ਬੜੀ ਸੌਖੀ ਸ਼ੁਰੂ ਹੋ ਗਈ ਆ। ਅਤੇ ਹੁਣ ਕਿਤਾਬ ਦੀ ਲੋੜ ਵੀ ਨਹੀਂ ਰਹੀ। ਬਹੁਤ ਸਾਰਾ ਸੋਸ਼ਲ ਮੀਡੀਆ 'ਤੇ ਉੱਤੇ ਆ ਰਿਹਾ, ਬਹੁਤ ਸਾਰੇ ਫੇਸਬੁੱਕ ਦੇ ਕਵੀ ਪੈਦਾ ਕੀਤੇ ਨੇ, ਪਰ ਉਹਦੇ 'ਚ ਕੋਈ ਚੰਗੀ ਕਵਿਤਾ ਵੀ ਪੈਦਾ ਹੋ ਰਹੀ ਆ। ਪਰ ਸਮੱਸਿਆ ਇਹ ਆ ਕਿ ਜਿਹੜੀ ਨਵੀਂ ਪੀੜ੍ਹੀ ਆ ਉਹਨੂੰ ਛਪਣ ਦੀ ਵੀ ਕਾਹਲ ਆ ਤੇ ਇਨਾਮਾਂ ਦੀ ਵੀ ਬਹੁਤ ਕਾਹਲ ਰਹਿੰਦੀ ਆ। ਚੰਗੀ ਕਵਿਤਾ ਕਈ ਵਾਰੀ ਵੀ ਲੁਕੀ ਛਿਪੀ ਵੀ ਰਹਿ ਜਾਂਦੀ ਹੈ ਜੀ। ਕਈ ਵਾਰ ਇਹ ਆ ਵੀ ਅੱਜ ਕੱਲ੍ਹ ਜਿਹੜਾ ਦੌਰ ਆ ਨਾ, ਉਹ ਤਾਂ ਫੇਸਬੁੱਕ ਜਿਹੜੇ ਲਾਈਕਾਂ ਦੇ ਤੱਕ ਸੀਮਤ ਰਹਿ ਗਿਆ। ਕਈ ਵਾਰ ਜਿਹੜਾ ਅਸਲੀ ਚੀਜ਼ ਹੈ ਜਿਹੜੀ ਆਉਣੀ ਚਾਹੀਦੀ ਸਾਹਮਣੇ, ਉਹ ਲੁਕੀ ਛਿਪੀ ਰਹਿ ਜਾਂਦੀ ਹੈ। ਤੇ ਕਾਫੀ ਜ਼ਿਆਦਾ ਤੁਸੀਂ ਕਿਤਾਬਾਂ, ਕਿਹਦੀ ਕਿਤਾਬਾਂ ਵਾਲਾ ਖਾਨਾ ਇੱਧਰ ਵੀ ਆ ਤੁਸੀਂ, ਤੇ ਕਿੰਨੀ ਕਲੈਕਸ਼ਨ ਹੋਊਗੀ ਹੁਣ ਤੱਕ ਤੁਹਾਡੇ ਕੋਲ ਕਿਤਾਬਾਂ ਦੀ? ਮੇਰੇ ਕੋਲ ਇਸ ਤਰ੍ਹਾਂ ਵੀ ਕਿਤਾਬਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ। ਕੁਝ ਤਾਂ ਮੇਰੇ ਸਟੂਡੈਂਟ ਲੈ ਜਾਂਦੇ ਆ, ਮੋੜਦੇ ਨਹੀਂ, ਚਲੋ ਉਹਨਾਂ ਦਾ ਭਲਾ ਹੋਵੇ, ਪੜ੍ਹਦੇ ਰਹਿਣ। ਦੋਸਤ ਮਿੱਤਰ ਵੀ ਲੈ ਜਾਂਦੇ ਆ, ਮੋੜਦੇ ਨਹੀਂ। ਕਿਤਾਬਾਂ ਖਰੀਦਦਾ ਵੀ ਬਹੁਤ ਆ ਮੈਂ, ਕਿਤਾਬਾਂ ਮੁਫਤ ਵੀ ਬਹੁਤ ਮਿਲਦੀਆਂ ਨੇ ਜੀ। ਹਰ ਸਾਲ ਜਿਹੜੀ ਹੈਗੀ ਮੈਂ ਸਮਝਦਾ ਕਿ ਕੋਈ 1000 ਕਿਤਾਬ ਮੈਂ ਕੱਢ ਵੀ ਦਿੰਦਾ, ਕਿਉਂਕਿ ਸਾਰੀਆਂ ਕਿਤਾਬਾਂ ਫਿਰ ਸਾਂਭਣੀਆਂ ਔਖੀਆਂ ਹੋ ਜਾਂਦੀਆਂ, ਘਰ 'ਚ ਇੰਨੀ ਸਪੇਸ ਨਹੀਂ ਹੁੰਦੀ, ਤੁਸੀਂ ਦੇਖ ਹੀ ਰਹੇ ਆ। ਗਿਣਤੀ ਕਿੰਨੀ ਕੁ ਹੋਊਗੀ ਅੰਦਾਜ਼ਾ ਤੁਹਾਨੂੰ ਲੱਗਦਾ? ਅੰਦਰ ਵੀ ਅੱਜ ਕਮਰੇ ਚੱਲਦੇ ਆ ਤੁਹਾਡੇ? ਦੇਖੋ, ਜਿਹੜੀਆਂ ਅਲਮਾਰੀਆਂ ਕੋਲ ਆਪਾਂ ਖੜੇ ਆ, ਇੱਥੇ ਮੈਂ ਇਹ ਗਿਣੀਆਂ ਸੀ, ਇਸ ਅਲਮਾਰੀ 'ਚ 2800 ਕਿਤਾਬ ਆ ਜਾਂਦੀ ਹੈ ਜਿੱਥੇ ਆਪਾਂ ਖੜੇ ਆ ਜੀ। ਤੇ ਇਸੇ ਤਰ੍ਹਾਂ ਜਿਹੜਾ ਮੇਰਾ ਬੈਡਰੂਮ ਆ, ਇਹ ਤੁਸੀਂ ਦੇਖ ਲਓ ਵੀ 4 ਛਪੇਰੇ ਕਿਤਾਬਾਂ ਨੇ। ਮੈਨੂੰ ਲੱਗਦਾ ਕਿ ਮੇਰੇ ਕੋਲ ਜਿਹੜੀ, ਮੈਂ ਮੋਟਾ ਜਿਹਾ ਅੰਦਾਜ਼ਾ ਲਾ ਸਕਦਾ, ਕਹਿ ਤਾਂ ਨਹੀਂ ਸਕਦਾ, 10,000 ਤੋਂ ਉੱਪਰ ਕਿਤਾਬਾਂ ਹੋਣਗੀਆਂ। 10,000? ਜੀ ਹਾਂ। ਪਰ ਮੇਰੇ ਕੋਲ ਬਹੁਤ ਸਾਰੀਆਂ ਐਸੀਆਂ ਕਿਤਾਬਾਂ ਵੀ ਨੇ ਜਿਹੜੀਆਂ ਅਜੇ ਮੈਂ ਪੜ੍ਹ ਨਹੀਂ ਸਕਿਆ। ਇਸ ਆਸ 'ਤੇ ਇਕੱਠੀਆਂ ਕਰ ਰਿਹਾ ਕਿ ਕਦੇ ਮੌਕਾ ਮਿਲੇਗਾ
ਕਿਉਂਕਿ ਰੁਝੇਵੇਂ ਜਿਹੜੇ ਹੋਰ ਜ਼ਿੰਦਗੀ ਦੇ ਹੁੰਦੇ ਨੇ। ਪਰ ਇਹ ਹੈ ਵੀ ਮੇਰਾ ਜਿਹੜਾ ਆਪਦਾ ਇੰਟਰਸਟ ਆ ਉਹ ਪੰਜਾਬੀ ਲਿਟਰੇਚਰ ਦੇ ਨਾਲ ਜਿਹੜਾ ਦੂਜੀਆਂ ਜ਼ਬਾਨਾਂ ਦਾ ਬਿਹਤਰ ਲਿਟਰੇਚਰ ਆ। ਖਾਸ ਤੌਰ ਤੇ ਹਿੰਦੀ ਮੈਂ ਬਹੁਤ ਪੜ੍ਹਦਾ, ਹਿੰਦੀ ਦਾ ਲਿਟਰੇਚਰ, ਕਿਉਂਕਿ ਮੇਰਾ ਬਹੁਤਾ ਹਿੰਦੀ ਦੇ ਲੇਖਕਾਂ ਨਾਲ ਵੀ ਪੈਂਦਾ ਆ। ਇਸੇ ਤਰ੍ਹਾਂ ਪੇਂਟਿੰਗ ਦੇ ਉੱਤੇ, ਸੰਗੀਤ ਦੇ ਉੱਤੇ ਵੀ ਮੇਰੇ ਕੋਲ ਕਿਤਾਬਾਂ ਨੇ। ਜਿੰਨੀਆਂ ਕਿਤਾਬਾਂ ਮੈਨੂੰ ਮੇਰੀ ਪੇਂਟਿੰਗ ਦੇ ਵਿੱਚ, ਮੇਰੀ ਦਿਲਚਸਪੀ ਇਹ ਆ ਵੀ ਮੈਂ ਪੇਂਟਰਸ ਬਾਰੇ ਜਾਣਨਾ ਚਾਹੁੰਦਾ ਹੁੰਦਾ, ਜਾਂ ਰੰਗਾਂ ਦੀ ਲੀਲਾ ਦੇਖ ਕੇ ਮੈਂ ਕਈ ਵਾਰੀ ਖੁਸ਼ ਹੁੰਦਾ। ਜਦੋਂ ਮੈਂ ਕਿਤਾਬ ਪੜ੍ਹਨ ਨੂੰ ਜੀ ਨਹੀਂ ਕਰਦਾ, ਫਿਰ ਮੈਂ ਪੇਂਟਿੰਗ ਦੀਆਂ ਬੁੱਕਸ ਦੇਖਦਾ। ਜਿਵੇਂ ਬਾਹਰ ਮੈਂ ਤੁਹਾਨੂੰ ਦਿਖਾਵਾਂਗਾ ਕਿ ਮੇਰੀਆਂ ਪੇਂਟਿੰਗ ਦੀਆਂ ਬੁੱਕਸ ਬਾਹਰ ਪਈਆਂ ਨੇ, ਔਰ ਕਈ ਮਹਿੰਗੀਆਂ ਕਿਤਾਬਾਂ ਵੀ ਮੈਂ ਪੇਂਟਿੰਗ ਦੀਆਂ ਇਸ ਕਰਕੇ ਲੈ ਆਉਣਾ ਕਿ ਚਲੋ ਵਿਹਲੇ ਵੇਲੇ ਦਾ ਜੀ ਪਰਚਾਵਾ ਸਹੀ। ਇਸੇ ਤਰ੍ਹਾਂ ਪੰਜਾਬ ਦੇ ਉੱਤੇ ਜਿਹੜੀਆਂ ਕੁਝ ਕਿਤਾਬਾਂ ਨੇ ਉਹ ਮੈਂ ਇਕੱਠੀਆਂ ਕੀਤੀਆਂ ਨੇ। ਸੂਫੀ ਲਿਟਰੇਚਰ ਦੇ ਉੱਤੇ ਬਹੁਤ ਸਾਰੀ, ਮੈਂ ਸੂਫੀ ਲਿਟਰੇਚਰ ਤੇ ਬਹੁਤ ਕਲੈਕਸ਼ਨ ਇਕੱਠੀ। ਤੇ ਹੁਣ ਜੇ ਤੁਹਾਡੇ ਕਿਤਾਬਾਂ ਦੀ ਆਪਾਂ ਗਿਣਤੀ ਦੀ ਗੱਲ ਕਰੀਏ, ਜਿਵੇਂ ਤੁਸੀਂ ਸਾਨੂੰ ਦਿਖਾਇਆ ਵੀ ਕਾਫੀ ਕਿਤਾਬਾਂ ਤੁਹਾਡੀ ਜਿਹੜੀਆਂ ਰੱਖੀਆਂ ਪਈਆਂ ਨੇ ਉਹਦੇ ਵਿੱਚ ਸੂਫੀ ਦਾ ਕੁੱਲ ਕਿੰਨੀ ਕੁ ਗਿਣਤੀ ਤੱਕ ਹੁਣ ਤੁਸੀਂ ਲਿਖ ਚੁੱਕੇ ਹੋ ਕਿਤਾਬਾਂ? ਦੇਖੋ, ਮੇਰੀਆਂ ਆਪਣੀਆਂ ਲਿਖੀਆਂ ਹੋਈਆਂ 6 ਕਿਤਾਬਾਂ ਨੇ, ਤੇ ਇਸ ਤੋਂ ਬਿਨਾਂ 14 ਕਿਤਾਬਾਂ ਉਹ ਨੇ ਜਿਹੜੀਆਂ ਮੈਂ ਸੰਪਾਦਿਤ ਕੀਤੀਆਂ ਨੇ ਜੀ, ਤੇ ਇੱਕ ਕਿਤਾਬ ਜਿਹੜੀ ਮੈਂ ਟਰਾਂਸਲੇਸ਼ਨ ਕੀਤੀ ਹੈ। ਜਿਹੜੀ ਕਿਤਾਬ ਤੁਹਾਡੇ ਹੱਥ 'ਚ ਆ, ਪੰਜਾਬੀ ਸੂਫੀ ਪੋਇਟਸ, ਇਹ ਕਿਤਾਬ ਮੈਂ ਅੰਗਰੇਜ਼ੀ ਤੋਂ ਪੰਜਾਬੀ 'ਚ ਟਰਾਂਸਲੇਟ ਕੀਤੀ ਆ। ਇਹ ਦਰਅਸਲ 'ਚ ਸਾਡੀ ਇੱਕ ਬਹੁਤ ਅਹਿਮ ਦਸਤਾਵੇਜ਼ ਆ। 1929 'ਚ ਇਸ ਕਿਤਾਬ ਦੇ ਉੱਤੇ PhD ਹੋਈ ਫਰਾਂਸ, 1929 ਦੇ, ਹਾਂ, ਫ੍ਰੈਂਚ ਭਾਸ਼ਾ ਦੇ ਵਿੱਚ, ਤੇ ਫਿਰ 1933 'ਚ ਆਕਸਫੋਰਡ ਤੋਂ ਇਹਦੇ 'ਚ ਅੰਗਰੇਜ਼ੀ ਤੇ PhD ਹੋਈ ਜੀ। ਇਹ ਕਿਤਾਬ ਮੂਲ ਰੂਪ 'ਚ ਅੰਗਰੇਜ਼ੀ ਤੋਂ ਮੈਂ ਪੰਜਾਬੀ 'ਚ ਅਨੁਵਾਦ ਕੀਤੀ ਆ। ਇਸੇ ਤਰ੍ਹਾਂ ਹੀ ਬਹੁਤ ਸਾਰੀਆਂ ਹੋਰ ਮਹੱਤਵਪੂਰਨ ਕਿਤਾਬਾਂ ਨੇ। ਜਿਵੇਂ ਮੇਰੇ ਹੱਥ 'ਚ ਕਿਤਾਬ ਹੈ ਸੁਰ ਪੀਰੋ ਜੀ, ਇਹ ਸਾਡੀ ਰਣਜੀਤ ਸਿੰਘ ਦੇ ਦੌਰ ਦੀ ਬਹੁਤ ਹੀ ਬਾਗੀ ਕਿਸਮ ਦੀ ਕਵਿਤਰੀ ਆ। ਪੀਰੋ, ਇਹਦੇ ਬਾਰੇ ਟੁੱਟਵੀਆਂ ਚੀਜ਼ਾਂ ਸਾਨੂੰ ਮਿਲਦੀਆਂ ਸੀ, ਪਰ ਪਿੱਛੇ ਮੈਂ ਕਿਸੇ ਇੱਕ ਡੇਰੇ ਤੋਂ ਮੈਨੂੰ ਇਹਦੀਆਂ ਬਹੁਤ ਸਾਰੀਆਂ ਲਿਖਤਾਂ ਮਿਲੀਆਂ, ਤੇ ਫਿਰ ਉਹ ਸਾਰੀਆਂ ਲਿਖਤਾਂ ਨੂੰ ਅਸੀਂ ਸੋਧ ਕੇ ਸਾਧ ਕੇ ਇਹਨੂੰ ਸੰਪਾਦਿਤ ਕੀਤਾ, ਇਸ ਕਿਤਾਬ ਨੂੰ। ਤੇ ਇਸ ਕਿਤਾਬ ਤੇ ਮੈਂ ਕਾਫੀ ਮਿਹਨਤ ਕੀਤੀ ਆ। ਇਸ ਮਰਦ ਸੱਤਾ ਤੇ ਪ੍ਰੇਮ ਝਰੋਖਾ, ਜਿਵੇਂ ਟਾਈਟਲ ਦੀ ਗੱਲ, ਇਹ ਸਾਡੀ ਬੁੱਲੇ ਵਰਗੀ ਬਾਗੀ ਕਵਿਤਰੀ ਆ। ਜਿਸ ਤਰ੍ਹਾਂ ਦਾ ਸਾਡਾ ਬੁੱਲਾ ਸ਼ਾਇਰ ਆ ਨਾ, ਉਸੇ ਤਰ੍ਹਾਂ ਦੀ ਇਹ ਬਾਗੀ ਆ। ਕਿਉਂਕਿ ਜਿਹੜਾ ਪੁਰਾਣੇ ਸੂਫੀ ਸਾਹਿਤ ਦੀ ਗੱਲ ਕਰੀ ਤਾਂ ਉਹਦੇ ਵਿੱਚ ਜਿਹੜੇ ਸੂਫੀ ਫਕੀਰ ਸੀ ਜਿਨ੍ਹਾਂ ਨੇ ਲਿਖਿਆ ਆ, ਤਾਂ ਉਹਨਾਂ ਨੇ ਇੱਕ ਤਰੀਕੇ ਨਾਲ ਇਸ਼ਕ ਹਕੀਕੀ ਨੂੰ, ਜਿਵੇਂ ਕਦੀ ਇਸ਼ਕ ਮੁਸ਼ਕਿਲ ਦੇ ਤਰੀਕੇ ਨਾਲ ਲਿਖਿਆ ਆ। ਹੀਰ ਰਾਂਝੇ ਦਾ ਕਿੱਸਾ ਵਾਰਸ ਦੀ ਗੱਲ ਕਰੀ, ਬੁੱਲੇ ਸ਼ਾਹ ਦੀ ਗੱਲ ਕਰੀ, ਤਾਂ ਪਰਮਾਤਮਾ ਨੂੰ ਇੱਕ ਮਸ਼ੂਕ ਮੰਨ ਕੇ ਜਿਵੇਂ ਲਿਖਿਆ। ਤੇ ਇਹਨਾਂ ਦਾ ਵਿੱਚ ਕੀ ਉਹ ਸੀ? ਇਹ ਵੀ ਇਸੇ ਤਰ੍ਹਾਂ ਦੀ ਕਹਾਣੀ ਆ ਕਿ ਇਹ ਗਰੀਬ ਮੁਸਲਮਾਨਾਂ ਦੀ ਧੀ ਸੀ, ਮਾਤਾ ਪਿਤਾ ਮਰ ਗਏ, ਚਾਚੇ ਨੇ ਪਾਲੀ, ਬਾਅਦ ਵਿੱਚ ਪੇਸ਼ਾ ਕਰਨ ਲਾ ਦਿੱਤੀ, ਉੱਥੋਂ ਬੜੀ ਉਪਰਾਮ ਹੋਈ। ਜਦੋਂ ਉਪਰਾਮ ਹੋਈ ਤੇ ਸੰਤ ਗੁਲਾਬ ਦਾਸ ਦੇ ਡੇਰੇ ਤੇ ਆਈ, ਕਵਿਤਾ ਲਿਖਣ ਲੱਗੀ, ਬਾਗੀ ਹੋ ਗਈ, ਸੰਤ ਗੁਲਾਬ ਦਾਸ ਕੋਲ ਰਹਿਣ ਲੱਗੀ। ਮੁਸਲਮਾਨ ਲੜੇ ਇਹਦੇ ਨਾਲ, ਸੰਤ ਗੁਲਾਬ ਦਾਸ ਦੇ ਚੇਲੇ ਸੰਤ ਗੁਲਾਬ ਦਾਸ ਨਾਲ ਲੜੇ, ਪਰ ਇਹਦੀ ਕਵਿਤਾ ਬੜੀ ਬਗਾਵਤ ਵਾਲੀ ਕਵਿਤਾ ਹੈ। ਬੁੱਲੇ ਦੀ ਜਿਸ ਤਰ੍ਹਾਂ ਦੀ ਸੋਰਾ, ਉਸੇ ਕਿਸਮ ਦੀ ਸੋਰਾ। ਇਹ ਸਾਡੇ ਧਾਰਮਿਕ ਪਖੰਡਾਂ ਨੂੰ ਤੇ ਸਾਡਾ ਜਿਹੜਾ ਮਰਦ ਪ੍ਰਧਾਨ ਸਮਾਜ ਆ, ਉਹਦੇ ਜਿਹੜੇ ਮਰਦ ਪ੍ਰਧਾਨ ਸਮਾਜ ਦੇ ਅਤਿਆਚਾਰ ਆ, ਉਹਦੇ ਖਿਲਾਫ ਇਹ ਬਹੁਤ ਮਹੱਤਵਪੂਰਨ ਕਿਤਾਬ ਆ ਇਹ। ਔਰ ਇਹ ਵੀ ਕੁਛ ਲੋਕ ਇਹ ਵੀ ਮੰਨਦੇ ਆ ਕਿ ਇਹ ਪੰਜਾਬੀ ਦੀ ਪਹਿਲੀ ਔਰਤ ਕਵਿਤਰੀ ਆ। ਹਾਲਾਂਕਿ ਪਹਿਲੀ ਤਾਂ ਨਹੀਂ ਅਸੀਂ ਕਹਿ ਸਕਦੇ, ਉਸ ਤੋਂ ਬਿਨਾਂ ਹੋਰ ਵੀ ਹੈਗੀਆਂ ਬੀਬੀਆਂ, ਪਰ ਇਹ ਸਾਡੀ ਮੁੱਢਲੀ ਕਵਿਤਰੀ ਆ, ਪਰ ਬੜੀ ਬਾਗੀ ਕਵਿਤਰੀ ਆ। 2 ਨਾਟਕ ਲਿਖੇ ਗਏ ਨੇ ਇਹਦੇ ਤੇ। ਸ਼ਹਿਰਜ਼ਾਦ ਨੇ ਨਾਟਕ ਲਿਖਿਆ ਪੀਰੋ ਪ੍ਰੇਮਣ, ਤੇ ਇਸੇ ਤਰ੍ਹਾਂ ਸ਼ਾਇਰੀ ਨਾਟਕ ਲਿਖਿਆ ਡਾਕਟਰ ਸਵਰਾਜਵੀਰ ਨੇ, ਜਿਹੜੇ ਪੰਜਾਬੀ ਟ੍ਰਿਬਿਊਨ ਦੇ ਐਡੀਟਰ ਨੇ। ਇਹ ਸਾਡੀ ਬਹੁਤ ਮਹੱਤਵਪੂਰਨ ਜਿਹੜੀ ਹੈਗੀ ਆ ਕਵਿਤਰੀ ਆ। ਇਹ ਕਹਿ ਸਕਦੇ ਵੀ ਅਸੀਂ ਜਿਹਨੂੰ ਕਹੀਏ ਕਿ ਬੁੱਲੇ ਵਰਗੀ ਬਾਗੀ ਕਵਿਤਰੀ ਹੈ। ਤੇ ਜਿਹੜੀਆਂ 3 ਕਿਤਾਬਾਂ ਹੁਣ ਮੇਰੇ ਹੱਥ ਨੇ ਤੁਹਾਡੀਆਂ, ਇੱਕ ਤਾਂ ਦੇਖੋ ਅੱਜ ਦੇ ਸਮੇਂ ਦੀ ਹੋਊਗੀ, ਇੱਕ ਸੂਫੀ ਸਮੇਂ ਦੀ ਹੋਊਗੀ, ਤੇ ਦੂਜੀ ਜਿਹੜੀ ਹੈ ਰਣਜੀਤ ਸਿੰਘ ਕਾਲ ਦੀ ਆ, ਇਹ ਉਦੋਂ ਦੀ ਕਾਲ ਦੀ। ਤੇ ਇਹਦੇ ਵਿੱਚ ਜਦੋਂ ਆਪਾਂ ਕੰਪੈਰੀਜ਼ਨ ਕਰਦੇ ਹਾਂ ਹਨਾ, ਵੀ ਵੈਸੇ ਤਾਂ ਹਰ ਇੱਕ ਸਮੇਂ ਦਾ ਜਿਹੜਾ ਸਾਹਿਤ ਹੁੰਦਾ ਉਦੋਂ ਦੇ ਹਾਲਾਤਾਂ ਦੇ ਹਿਸਾਬ ਦੇ ਨਾਲ ਲਿਖਿਆ ਜਾਂਦਾ, ਪਰ ਜਦੋਂ ਹੁਣ ਅੱਜ ਇਹਨੂੰ ਆਪਾਂ ਦੇਖਦੇ ਹਾਂ ਤਾਂ ਕਿੰਨਾ ਕੁ ਫਰਕ, ਸੋਚ ਦਾ ਫਰਕ, ਕਲਪਨਾ ਦਾ ਫਰਕ ਕਿੰਨਾ ਕੁ ਤੁਹਾਨੂੰ ਲੱਗਦਾ? ਦੇਖੋ, ਸਮੇਂ ਦੇ ਨਾਲ ਸਥਿਤੀਆਂ ਬਦਲਦੀਆਂ, ਸੋਚ ਵੀ ਬਦਲਦੀ ਆ, ਪਰ ਸੰਸਕਾਰ ਬਹੁਤ ਛੇਤੀ ਨਹੀਂ ਬਦਲਦੇ। ਸਮਾਂ ਬਦਲ ਜਾਂਦਾ, ਸਥਿਤੀਆਂ ਬਦਲ ਜਾਂਦੀਆਂ, ਪਰ ਬੰਦੇ ਦੇ ਸੰਸਕਾਰ ਨਹੀਂ ਬਦਲਦੇ। ਅਸੀਂ ਅੱਜ ਕਹਿ ਰਹੇ ਹਾਂ ਕਿ ਬਹੁਤ ਸਾਰੇ ਕਾਨੂੰਨ ਔਰਤਾਂ ਦੇ ਹੱਕ 'ਚ ਬਣ ਗਏ ਨੇ, ਠੀਕ ਹੈ ਨਾ, ਪਰ ਅੱਜ ਵੀ ਔਰਤ ਕਿੰਨੀ ਕੁ ਆਜ਼ਾਦ ਆ, ਠੀਕ ਹੈ ਨਾ। ਇਸੇ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਜਿਹੜਾ ਸਾਡਾ ਦਲਿਤ ਭਾਈਚਾਰਾ ਆ, ਉਹਦੇ ਜਿਹੜੇ ਮਨੁੱਖੀ ਹੱਕ ਆ, ਉਹਨਾਂ ਲਈ ਬਹੁਤ ਸਾਰੇ ਕਾਨੂੰਨ ਬਣ ਗਏ, ਪਰ ਅੱਜ ਅਸੀਂ ਕਿੰਨੀ ਕੁ ਆਜ਼ਾਦੀ ਦਿੱਤੀ ਹੈ ਦਲਿਤ ਭਾਈਚਾਰੇ ਨੂੰ, ਉਹਨਾਂ ਦੇ ਹੱਕਾਂ ਦਾ ਕਿੰਨਾ ਕੁ ਅਸੀਂ ਖਿਆਲ ਕਰਦੇ ਹਾਂ। ਸੋ ਸਥਿਤੀਆਂ ਭਾਵੇਂ ਬਦਲ ਜਾਂਦੀਆਂ, ਪਰ ਮਾਨਸਿਕਤਾ ਨਹੀਂ ਬਦਲਦੀ। ਇੱਕ ਮੇਰੀ ਹੋਰ ਕਿਤਾਬ ਦਾ ਵੀ ਮੈਂ ਜ਼ਿਕਰ ਕਰਦੇ ਹਾਂ ਨਾਲ ਦੀ ਨਾਲ। ਜ਼ਰੂਰ। ਇੱਥੇ ਪਈ ਹੋਈ ਗਈ ਟੈਗੋਰ ਦੇ ਨਾਟਕ। ਅਸੀਂ ਰਵਿੰਦਰਨਾਥ ਟੈਗੋਰ ਦੇ ਨਾਟਕ ਵੀ, ਮੈਂ ਉਹ ਤਾਂ ਚਲੀ ਕਿਤਾਬ, ਕੋਈ ਗੱਲ ਨਹੀਂ, ਆਪਾਂ ਹੋਰ ਚੱਕ ਲੈਂਦੇ ਹਾਂ। ਰਵਿੰਦਰਨਾਥ ਟੈਗੋਰ ਦੇ ਨਾਟਕ ਮੈਂ ਹੋਰ ਚੱਕ ਲੈਂਦਾ। ਰਵਿੰਦਰਨਾਥ ਟੈਗੋਰ ਦੇ ਨਾਟਕਾਂ ਦਾ ਪੰਜਾਬੀ 'ਚ ਅਨੁਵਾਦ ਹੋਇਆ ਸੀ, ਤੇ ਮੈਂ ਉਹਦੀ ਲੰਮੀ ਚੌੜੀ ਭੂਮਿਕਾ ਲਿਖੀ ਆ। ਐਕਚੁਅਲੀ ਜਦੋਂ ਮੈਂ ਪੰਜਾਬੀ ਅਕਾਡਮੀ ਲੁਧਿਆਣਾ ਦਾ ਜਦੋਂ ਮੈਂ ਜਨਰਲ ਸਕੱਤਰ ਸੀ, ਤਾਂ ਉਦੋਂ ਅਸੀਂ ਟੈਗੋਰ ਦੀ, ਕਿਉਂਕਿ 150 ਸਾਲਾ ਸ਼ਤਾਬਦੀ ਆਈ, ਤਾਂ ਫਿਰ ਅਸੀਂ 150 ਸਾਲਾ ਜਨਮ ਦਿਨ ਤੇ ਟੈਗੋਰ ਦੇ ਇਹ 12 ਕਿਤਾਬਾਂ ਦਾ ਸੈੱਟ ਤਿਆਰ ਕੀਤਾ ਸੀ।
ਜੀ ਟੈਗੋਰ ਦੀਆਂ 12 ਕਿਤਾਬਾਂ ਸੀ ਛਾਪੀਆਂ ਸੀ, ਜਿਨ੍ਹਾਂ ਚੋਂ ਇੱਕ ਜਿਹੜੀ ਟੈਗੋਰ ਦੇ ਨਾਟਕਾਂ ਬਾਰੇ ਆ, ਇਹਨੂੰ ਮੈਂ ਸੰਪਾਦਿਤ ਕੀਤਾ ਸੀ ਤੇ ਲੰਬਾ ਚੌੜਾ ਉਹਦੇ ਬਾਰੇ ਟੈਗੋਰ ਤੇ ਆਰਟੀਕਲ ਵੀ ਲਿਖਿਆ ਸੀ। ਸੋ ਇਸ ਤਰ੍ਹਾਂ ਡਿਫਰੈਂਟ ਕਿਸਮ ਦੇ ਜਿਹੜੇ ਮੇਰੇ ਇੰਟਰਸਟ ਬਣ ਜਾਂਦੇ ਆ। ਕਦੇ ਤੇ ਕਦੇ ਇਹ ਕਿਤਾਬ ਜੋ ਕਿ ਪੜ੍ਹਨਾ ਚਾਹੁੰਦਾ ਤਾਂ ਤੁਸੀਂ ਮਾੜਾ ਦੱਸੋ ਇਹਦੇ ਵਿੱਚ ਕੀ ਇਹਦੇ 'ਚ ਜਿਹੜੇ ਟੈਗੋਰ ਨੇ ਨਾਟਕ ਲਿਖੇ ਨੇ ਨਾ, ਹੂੰ ਉਹ ਨਾਟਕ ਛਾਪੇ ਨੇ। ਅਸੀਂ ਬੰਗਾਲੀ ਤੋਂ ਅੰਗਰੇਜ਼ੀ ਵਿੱਚ ਅਨੁਵਾਦ ਹੋਏ ਨੇ, ਅਸੀਂ ਅੰਗਰੇਜ਼ੀ ਤੋਂ ਪੰਜਾਬੀ 'ਚ ਅਨੁਵਾਦ ਕੀਤੇ ਆ। ਠੀਕ ਹੈ। ਬਹੁਤੇ ਜਿਹੜੇ ਨਾਟਕ ਇਹਦੇ 'ਚ ਅੰਗਰੇਜ਼ੀ ਤੋਂ ਪੰਜਾਬੀ 'ਚ ਹੀ ਅਨੁਵਾਦ ਹੋਏ ਆ। ਮੂਲ ਬੰਗਾਲੀ ਦੇ ਬੰਗਾਲੀ ਭਾਸ਼ਾ ਦੇ ਨਾਟਕ ਨੇ। ਜਾਂ ਇਸੇ ਤਰ੍ਹਾਂ ਮੇਰੀ ਇੱਕ ਹੋਰ ਕਿਤਾਬ ਜਿਹੜੀ ਆ ਲੇਟੈਸਟ ਆ, ਜੀ ਇਹ ਇੱਕ ਬਹੁਤ ਵੱਡਾ ਚੁਣੌਤੀ ਵਾਲਾ ਕੰਮ ਸੀ। 2017 ਦੇ ਵਿੱਚ ਅਸੀਂ ਚੰਡੀਗੜ੍ਹ ਦੇ ਵਿੱਚ ਇੱਕ ਸੈਮੀਨਾਰ ਕੀਤਾ ਸੀ ਪ੍ਰਗਟਾਵੇ ਦੀ ਆਜ਼ਾਦੀ ਨੂੰ ਲੈ ਕੇ, ਕਿਉਂਕਿ 2017 ਦੇ ਵਿੱਚ ਜਦੋਂ ਹਾਮਿਦ ਅੰਸਾਰੀ ਹਿੰਦੁਸਤਾਨ ਦੇ ਉਪ ਰਾਸ਼ਟਰਪਤੀ ਰਿਟਾਇਰ ਹੋਏ ਤਾਂ ਉਹਨਾਂ ਨੇ ਇੱਕ ਬੜੀ ਤਕਲੀਫਦੇਹ ਗੱਲ ਕਹੀ ਪ੍ਰੈਸ ਨੂੰ। ਉਹਨਾਂ ਨੇ ਇਹ ਕਿਹਾ ਕਿ ਹਿੰਦੁਸਤਾਨ ਦਾ ਮੁਸਲਮਾਨ ਡਰਿਆ ਹੋਇਆ ਆ। ਦੇਖੋ, ਉਹ ਇੱਕ ਬਹੁਤ ਵੱਡੀ ਪਰਸਨੈਲਿਟੀ ਸੀ, IAS ਅਫਸਰ ਸਨ, ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਹੇ, ਬਹੁਤ ਸਿਆਣੇ ਵਿਅਕਤੀ ਸਨ ਤੇ ਰਿਟਾਇਰ ਹੋਏ ਜਾ ਕੇ ਉਹ ਉਪ ਰਾਸ਼ਟਰਪਤੀ। ਇੱਕ ਉਪ ਰਾਸ਼ਟਰਪਤੀ ਨੂੰ ਇਹ ਕਹਿਣਾ ਪਵੇ ਕਿ ਮੈਨੂੰ ਡਰ ਲੱਗਦਾ। ਸੋ ਅਸੀਂ ਉਸ ਸਮੇਂ 'ਚ ਇਹ ਸੈਮੀਨਾਰ ਕੀਤਾ ਚੰਡੀਗੜ੍ਹ 'ਚ ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ, ਜਿਹਦਾ ਅੱਜ ਕੱਲ੍ਹ ਮੈਂ ਸੈਕਟਰੀ ਹਾਂ। ਔਰ ਇਸ ਸੈਮੀਨਾਰ 'ਚ ਹਿੰਦੁਸਤਾਨ ਦੀਆਂ ਵੱਖ-ਵੱਖ ਜ਼ੁਬਾਨਾਂ ਦੇ ਲੇਖਕ ਆਏ। ਕੋਈ 300 ਲੇਖਕ ਹਿੰਦੁਸਤਾਨ ਦੇ ਵੱਖਰੇ ਵੱਖਰੇ ਸੂਬਿਆਂ ਤੋਂ, ਜਿਹਦੇ 'ਚ ਕਲਕੱਤਾ ਤੋਂ ਲੇਖਕ ਸਨ, ਅਸਾਮ ਤੋਂ ਸਨ, ਉੜੀਸਾ ਤੋਂ ਸਨ, ਤਮਿਲਨਾਡੂ ਤੋਂ ਸਨ, ਕੇਰਲਾ ਤੋਂ ਸਨ, ਗੁਜਰਾਤ ਤੋਂ ਸਨ, ਮਹਾਰਾਸ਼ਟਰ ਤੋਂ ਸਨ, ਮਤਲਬ ਹਿੰਦੁਸਤਾਨ ਦੇ ਮੁਖਤਲਿਫ ਸੂਬਿਆਂ ਤੋਂ, ਤ੍ਰਿਪੁਰਾ ਤੋਂ ਸਨ। ਹਿੰਦੁਸਤਾਨ ਦੇ ਮੁਖਤਲਿਫ ਸੂਬਿਆਂ ਤੋਂ ਮੁਖਤਲਿਫ ਜ਼ਬਾਨਾਂ ਬੋਲਣ ਵਾਲੇ, ਵੱਖਰੀਆਂ ਵੱਖਰੀਆਂ ਜ਼ਬਾਨਾਂ ਬੋਲਣ ਵਾਲੇ ਲਗਭਗ 300 ਲੇਖਕ ਰਹੇ। ਤੇ ਉੱਥੇ ਜਿਹੜੇ ਸਾਡੀ ਚਰਚਾ ਹੋਈ, ਉਹਦਾ ਵਿਸ਼ਾ ਹੀ ਇਹ ਸੀ ਰਾਸ਼ਟਰਵਾਦ ਔਰ ਸੰਸਕ੍ਰਿਤੀ, ਕਿ ਬੀਜੇਪੀ ਜਿਸ ਗੱਲ ਦੀ ਗੱਲ ਕਰਦੀ ਆ ਰਾਸ਼ਟਰਵਾਦ ਦੀ, ਤੇ ਜਿਸ ਸੱਭਿਆਚਾਰ ਦੀ ਗੱਲ ਕਰਦੀ ਆ, ਜਿਹੜਾ ਬੀਜੇਪੀ ਦਾ ਵਿਚਾਰ ਆ ਰਾਸ਼ਟਰਵਾਦ ਬਾਰੇ ਤੇ ਸੱਭਿਆਚਾਰ ਬਾਰੇ, ਉਹ ਕਿੰਨਾ ਘਾਤਕ ਆ। ਹਿੰਦੁਸਤਾਨ ਜਿਹੜਾ ਵੱਖ-ਵੱਖ ਜ਼ਬਾਨਾਂ ਵਾਲਾ, ਵੱਖ-ਵੱਖ ਧਰਮਾਂ ਵਾਲਾ, ਇੱਕ ਦੂਜੇ ਦੀ ਹੋਂਦ ਨੂੰ ਸਵੀਕਾਰ ਕਰਨ ਵਾਲਾ, ਜਿਹੜੇ ਲੋਕ ਵੱਖਰੀਆਂ ਵੱਖਰੀਆਂ ਸੰਸਕ੍ਰਿਤੀਆਂ ਵਾਲੇ ਆ, ਉਹਨਾਂ ਨੂੰ ਇੱਕ ਵਿਚਾਰਧਾਰਾ 'ਚ ਬੰਨ੍ਹਣਾ, ਇੱਕ ਧਰਮ 'ਚ ਬੰਨ੍ਹਣਾ, ਇੱਕ ਭਾਸ਼ਾ 'ਚ ਬੰਨ੍ਹਣਾ, ਇਹ ਕਿੰਨਾ ਖਤਰਨਾਕ ਹੋ ਸਕਦਾ ਹੈ, ਅਸੀਂ ਰੋਜ਼ ਭੁਗਤਦੇ ਹਾਂ। ਸੋ ਇਹ ਜਿਹੜਾ ਸੈਮੀਨਾਰ ਸੀ, ਇਹ ਬਹੁਤ ਵੱਡਾ ਚੈਲੰਜ ਸੀ ਜਿਹਨੂੰ ਪੰਜਾਬ ਦੇ ਲੇਖਕਾਂ ਨੇ ਸਵੀਕਾਰ ਕੀਤਾ। ਔਰ ਮੈਂ ਸਮਝਦਾ ਕਿ ਇਹ ਪੰਜਾਬ ਦੇ ਪ੍ਰਗਤੀਸ਼ੀਲ ਲੇਖਕਾਂ ਦੀ ਹਿੰਮਤ ਸੀ ਕਿ ਇਹ ਅਸੀਂ ਸੈਮੀਨਾਰ ਕੀਤਾ। ਔਰ ਉਦੋਂ ਬੜਾ ਡਰ ਲੱਗਦਾ ਸੀਗਾ ਕਿ ਅਰੈਸਟ ਹੋਣੀ ਆ। ਨਹੀਂ, ਉਹ ਤਾਂ ਹੁਣ ਵੀ ਹੈ ਜੀ। ਜੇ ਹੁਣ ਆਪਾਂ ਜ਼ਿਕਰ ਕਰਦੇ ਹਾਂ ਤਾਂ ਅੱਜ ਕੱਲ੍ਹ ਤਾਂ ਇਹ ਹੈ ਵੀ ਜੇ ਕੋਈ ਬੀਜੇਪੀ ਦੇ ਖਿਲਾਫ ਜਾਂ ਸਰਕਾਰ ਦੇ ਖਿਲਾਫ ਬੋਲਦਾ ਤਾਂ ਉਹਦਾ ਸਿਰਫ ਟੈਗ ਹੀ ਰਲਦਾ ਦੇਸ਼ ਧਰੋਹੀ ਹੈ। ਬਿਲਕੁਲ। ਕਿਉਂਕਿ ਜੇ ਅਨੇਕਤਾ ਵਿੱਚ ਕਿਹਾ ਜਾਂਦਾ ਹਿੰਦੁਸਤਾਨ ਅਨੇਕਤਾ ਵਿੱਚ ਏਕਤਾ, ਪਰ ਹੁਣ ਉਹ ਅਨੇਕਤਾ ਨੂੰ ਖਤਮ ਕਰਕੇ ਜਿਹੜੀ ਏਕਤਾ, ਬਸ ਇੱਕ ਏਕਤਾ। ਬਿਲਕੁਲ। ਡਾਕਟਰ ਸਾਹਿਬ ਨਾਲ ਆਪਾਂ ਕਹਿ ਦਈਏ ਇੱਕ ਜ਼ਿੰਦਗੀ ਜਦੋਂ ਆਪਾਂ ਚੱਲਦੇ ਹਾਂ, ਲਿਖਦੇ ਹਾਂ, ਤਾਂ ਸਨਮਾਨਾਂ ਦੀ ਵੀ ਇੱਕ ਲੜੀ ਹੁੰਦੀ ਹੈ। ਕਈ ਵਾਰ ਹੁੰਦਾ ਜਦੋਂ ਆਪਾਂ ਪਹਿਲੀ ਵਾਰ ਕੋਈ ਸਨਮਾਨ ਮਿਲਦਾ, ਅਸਲ ਦੇ ਵਿੱਚ ਤਾਂ ਹੁੰਦਾ ਵੀ ਤੁਹਾਡਾ ਕੰਮ ਤੁਹਾਡਾ ਸਨਮਾਨ ਹੈ, ਤੁਸੀਂ ਕੀ ਕੀਤਾ, ਤੁਹਾਡਾ ਪਾਠ ਕੀ, ਤੁਹਾਡਾ ਸਨਮਾਨ ਹੈ। ਜੀ ਸਹੀ ਗੱਲ ਹੈ। ਤੇ ਜੇਕਰ ਆਪਾਂ ਸ਼ੁਭ ਪੱਤਰ ਦੀ ਗੱਲ ਕਰੀਏ ਤਾਂ ਇਹਦੇ ਬਾਰੇ ਸਾਨੂੰ ਜਾਣਕਾਰੀ ਦਿਓ ਕਿ ਕਿਹਨਾਂ ਰਚਨਾਵਾਂ ਦੇ ਲਈ ਤੁਹਾਡਾ ਨਾਮ ਦਾ ਜ਼ਿਕਰ ਆਇਆ ਨਾ। ਦੇਖੋ, ਮੈਂ ਜਿਹੜੀ ਪਹਿਲਾ ਹੀ ਇਨਾਮ ਮੈਨੂੰ ਮਿਲਿਆ, ਡਾਕਟਰ ਜਗਤਾਰ ਸਾਡੇ ਬੜੇ ਵੱਡੇ ਕਵੀ ਸੀ, ਉਹਨਾਂ ਦੇ ਨਾਂ ਦੇ ਉੱਤੇ ਸਾਹਿਤ ਸੱਭਿਆਚਾਰ ਸੰਸਥਾ ਫੁਲਕਾਰੀ ਨੇ ਇਨਾਮ ਸ਼ੁਰੂ ਕੀਤਾ। ਤਾਂ ਉਹ ਇਨਾਮ ਮੈਨੂੰ ਉਹਨਾਂ ਨੇ ਦਿੱਤਾ, ਉਸ ਸੰਸਥਾ ਨੇ। ਵਿਚਕਾਰ ਤੁਸੀਂ ਦੇਖਦੇ ਆ ਕਿ ਇੱਕ ਜਿਹੜੀ ਮੂਰਤੀ ਤੁਹਾਨੂੰ ਨਜ਼ਰ ਆ ਰਹੀ ਆ, ਇਹ ਡਾਕਟਰ ਰਵਿੰਦਰ ਸਿੰਘ ਰਵੀ ਸਾਡੇ ਬੜੇ ਵੱਡੇ ਸਕਾਲਰ ਸੀ, ਤੇ ਡਾਕਟਰ ਰਵਿੰਦਰ ਸਿੰਘ ਰਵੀ ਦੀ ਯਾਦ ਵਿੱਚ ਰਵੀ ਟਰਸਟ ਵੱਲੋਂ ਆਲੋਚਨਾ ਦਾ ਪੁਰਸਕਾਰ ਮਿਲਦਾ ਆ। ਇਹ ਉਹ ਪੁਰਸਕਾਰ ਆ। ਇਹਦੇ ਨਾਲ ਹੀ ਜਿਹੜਾ ਤੁਸੀਂ ਸ਼ੋਭਾ ਪੱਤਰ ਦੇਖ ਰਹੇ ਆ, ਇਹ ਪੰਜਾਬੀ ਅਕੈਡਮੀ ਲੁਧਿਆਣਾ ਦੀ ਫੈਲੋਸ਼ਿਪ ਆ। ਮੈਂ ਪੰਜਾਬੀ ਅਕੈਡਮੀ ਲੁਧਿਆਣਾ ਦਾ 4 ਸਾਲ ਪ੍ਰੈਜ਼ੀਡੈਂਟ ਰਿਹਾ, 6 ਸਾਲ ਉਹਨਾਂ ਦਾ ਵਾਈਸ ਪ੍ਰੈਜ਼ੀਡੈਂਟ ਰਿਹਾ। ਤੇ ਉੱਥੋਂ ਦੀ ਇੱਕ ਟ੍ਰੈਡੀਸ਼ਨ ਆ ਕਿ ਉਹ ਆਪਣੇ ਪ੍ਰੈਜ਼ੀਡੈਂਟ ਨੂੰ ਜਿਹੜਾ ਉਹਨਾਂ ਦਾ ਸਰਵਉੱਚ ਸਨਮਾਨ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਪੰਜਾਬੀ ਸਾਹਿਤ ਅਕਾਡਮੀ ਦੀ ਫੈਲੋਸ਼ਿਪ, ਉਹ ਮਿਲਦੀ ਆ। ਇਸੇ ਤਰ੍ਹਾਂ ਅੱਗੇ ਇਹਦੇ ਨਾਲ ਇੱਕ ਇਨਾਮ ਜਿਹੜਾ ਹੈਗਾ ਉਹ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਵੀ ਡਾਕਟਰ ਰਵੀ ਦੇ ਨਾਂ ਤੇ ਇਨਾਮ ਦਿੱਤਾ ਜਾਂਦਾ ਆ, ਉਹ ਵੀ ਮੈਨੂੰ ਮਿਲਿਆ। ਇਸੇ ਤਰ੍ਹਾਂ ਜਗਰਾਉਂ ਦੀ ਇੱਕ ਸੰਸਥਾ ਹੈਗੀ ਆ ਜਿਹੜੀ ਸੰਤ ਸਿੰਘ ਸੇਖੋਂ ਦੀ ਆਲੋਚਨਾ ਦੇ ਨਾਂ ਤੇ ਪੁਰਸਕਾਰ ਦਿੰਦੀ ਆ। ਹਰਿਆਣਾ ਸਾਹਿਤ ਅਕਾਡਮੀ ਦੇ ਪੁਰਸਕਾਰ ਮੈਨੂੰ ਮਿਲੇ ਨੇ। ਇਹ ਤੋਂ ਬਿਨਾਂ ਬਹੁਤ ਸਾਰੇ ਪੁਰਸਕਾਰ ਨੇ। ਪ੍ਰਗਤੀਸ਼ੀਲ ਲੇਖਕ ਸੰਘ ਹਰਿਆਣਾ ਦਾ ਪੁਰਸਕਾਰ ਵੀ ਮੈਨੂੰ ਮਿਲਿਆ। ਪਰ ਮੈਂ ਸਮਝਦਾ ਕਿ ਜਿਹੜਾ ਅਸਲੀ ਪੁਰਸਕਾਰ ਆ, ਇਹ ਤੁਹਾਡਾ ਕੰਮ ਆ। ਜੇ ਤੁਹਾਡਾ ਕੰਮ ਦਾ ਲੋਕ ਨੋਟਸ ਲੈਂਦੇ ਆ ਤਾਂ ਹੀ ਲੇਖਕ ਨੂੰ ਉਤਸ਼ਾਹ ਮਿਲਦਾ ਲਿਖਣ ਦਾ। ਡਾਕਟਰ ਸਾਹਿਬ, ਇੱਕ ਨਾਲ ਹੋਰ ਸਮਾਂ ਆਪਣੇ ਕੋਲ ਲਗਭਗ ਹੋ ਚੱਲਿਆ, ਤੇ ਕਿੰਨੀਆਂ ਕਿਤਾਬਾਂ ਤੁਸੀਂ ਦਿੱਤੀ 10,000 ਦੇ ਤੁਹਾਡੇ ਕੋਲ ਕਿਤਾਬਾਂ ਨੇ, ਤਾਂ ਉਹਦੇ ਵਿੱਚੋਂ ਕੋਈ ਕਿਤਾਬ ਜਿਹੜੀ ਤੁਸੀਂ ਵਾਰ-ਵਾਰ ਪੜ੍ਹੀ ਹੋਵੇ, ਤੁਹਾਡੀ ਪਸੰਦ ਦੀ ਹੋਵੇ? ਗਿਣਤੀ ਨਹੀਂ, ਪਰ ਕਈ ਵਾਰ ਯਾਦ ਹੁੰਦੀਆਂ ਨੇ ਕੁਝ ਕਿਤਾਬਾਂ। ਦੇਖੋ, ਇੱਕ ਕਿਤਾਬ ਐਸੀ ਆ ਕਿ ਜਿਹੜੀ ਮੈਂ 1977 ਦੇ ਵਿੱਚ, ਜਦੋਂ ਮੇਰੇ ਇਮਤਿਹਾਨ ਚੱਲ ਰਹੇ ਸੀ 1977 ਦੇ ਵਿੱਚ, ਇਹ ਅਪ੍ਰੈਲ 1977 ਦੀ ਗੱਲ ਆ, ਉਦੋਂ ਇਹ ਕਿਤਾਬ ਆਈ ਸੀ
ਰਸੂਲ ਹਮਜ਼ਾ ਤੋਪ ਦੀ ਇੱਕ ਕਿਤਾਬ ਹੈ ਹੂੰ ਮੇਰਾ ਦਾਗਿਸਤਾਨ। ਜੀ ਇਹ ਕਿਤਾਬ ਮੈਂ ਆਪਣੇ ਪੇਪਰ ਵਿੱਚ ਛੱਡ ਕੇ ਪੜ੍ਹੀ ਸੀ। 2 ਦਿਨ ਦੀਆਂ ਛੁੱਟੀਆਂ ਸੀ ਤੇ 2 ਦਿਨ 'ਚ ਮੈਂ ਇਹੀ ਪੜ੍ਹਦਾ ਰਿਹਾ। ਹੂੰ ਇਹ ਕਿਤਾਬ ਦੁਨੀਆ ਦੀਆਂ ਬਹੁਤ ਸਾਰੀਆਂ ਜ਼ਬਾਨਾਂ 'ਚ ਹੂੰ ਬਹੁਤ ਵੱਡੀ ਗਿਣਤੀ 'ਚ ਬਾਰ-ਬਾਰ ਛਪੀ ਆ। ਜੀ ਔਰ ਇਸ ਕਿਤਾਬ ਬਾਰੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਨਾਵਲ ਆ, ਕਹਾਣੀ ਆ, ਕੀ ਆ, ਪਰ ਰਸੂਲ ਹਮਜ਼ਾ ਤੋਪ ਦੀ ਇਸ ਕਿਤਾਬ ਦਾ ਮੈਂ ਸਮਝਦਾ ਕੋਈ ਤੋੜ ਨਹੀਂ। ਵੈਸੇ ਤਾਂ ਬਹੁਤ ਸਾਰੀਆਂ ਕਿਤਾਬਾਂ ਨੇ ਹੂੰ ਜਿਹੜੀਆਂ ਬਾਰ-ਬਾਰ ਪੜ੍ਹਨੀਆਂ ਪੈਂਦੀਆਂ। ਗੁਰੂ ਗ੍ਰੰਥ ਸਾਹਿਬ ਤੁਸੀਂ ਕਿੰਨੀ ਵਾਰੀ ਪੜ੍ਹ ਲਓ, ਹੂੰ ਗੁਰੂ ਗ੍ਰੰਥ ਸਾਹਿਬ ਟੀਕਾ ਰੱਖ ਕੇ ਪੜ੍ਹਨਾ ਪੈਂਦਾ ਹੂੰ ਤੇ ਇੱਕ ਦਿਨ 'ਚ ਤੁਸੀਂ 2 ਜਾਂ 4 ਤੋਂ ਵੱਧ ਸ਼ਬਦ ਵੀ ਨਹੀਂ ਪੜ੍ਹ ਸਕਦੇ। ਜੀ ਗੁਰੂ ਗ੍ਰੰਥ ਸਾਹਿਬ ਬਾਰ-ਬਾਰ ਪੜ੍ਹਿਆ, ਸੂਫੀ ਕਵਿਤਾ ਨੂੰ ਸਮਝਣ ਲਈ ਮੈਂ ਕੁਰਾਨ ਨੂੰ ਬਾਰ-ਬਾਰ ਪੜ੍ਹਿਆ, ਹੂੰ ਹਦੀਸਾਂ ਨੂੰ ਬਾਰ-ਬਾਰ ਪੜ੍ਹਿਆ। ਪਰ ਮੈਂ ਸਮਝਦਾ ਕਿ ਜਿਹੜੀਆਂ ਕਿਤਾਬਾਂ ਮੈਨੂੰ ਬਹੁਤ ਪਿਆਰੀਆਂ ਨੇ, ਹੂੰ ਜਿਵੇਂ ਹੁਣ ਮੈਂ ਉੱਤੇ ਤੁਸੀਂ ਦੇਖੋਗੇ ਕਿ ਇਹ ਪੰਜਾਬ ਬਾਰੇ ਬਹੁਤ ਸਾਰੀਆਂ ਕਿਤਾਬਾਂ ਨੇ। ਗਿਆਨੀ ਗੁਰਦਿੱਤ ਸਿੰਘ ਦੀ ਕਿਤਾਬ ਪਈ ਆ ਪੰਜਾਬ ਬਾਰੇ, ਹੂੰ ਜਾਂ ਰਾਜਮੋਹਨ ਗਾਂਧੀ ਦੀ ਕਿਤਾਬ ਆਈ ਆ ਪੰਜਾਬ ਬਾਰੇ। ਹੂੰ ਇਸੇ ਤਰ੍ਹਾਂ ਸਮੇਂ-ਸਮੇਂ ਤੇ ਕਿਤਾਬਾਂ ਆਉਂਦੀਆਂ ਰਹਿੰਦੀਆਂ ਨੇ। ਜੀ ਇੱਕ ਖਾਸ ਸਮੇਂ ਤੇ ਕੁਝ ਖਾਸ ਸਵਾਲ ਖੜੇ ਹੋ ਜਾਂਦੇ ਆ, ਫਿਰ ਉਹਨਾਂ ਸਵਾਲਾਂ ਦਾ ਉੱਤਰ ਦੇਣ ਲਈ ਕੁਝ ਕਿਤਾਬਾਂ ਲੱਭਣੀਆਂ ਪੈਂਦੀਆਂ। ਜਿਵੇਂ ਮੈਂ ਇਸ ਅਲਮਾਰੀ 'ਚ ਤੁਹਾਨੂੰ ਦਿਖਾ ਰਿਹਾ ਹੂੰ ਕਿ ਇੱਥੇ ਬਹੁਤ ਇੰਪੋਰਟੈਂਟ ਕਿਤਾਬ ਪਈ ਆ, ਇੱਕ ਉਹ ਨੀਲੇ ਰੰਗ ਦੀ ਪੰਜਾਬ ਸਾਗਾ। ਜੀ ਇਹ ਪੰਜਾਬੀਅਤ ਕੀ ਆ, ਹੂੰ ਇਹ ਇਹਨੂੰ ਸਮਝਣ ਦੀ ਪ੍ਰਕਾਸ਼ ਟੰਡਨ ਦੀ ਕਿਤਾਬ ਆ। ਲਾਹੌਰ ਤੁਸੀਂ ਦੇਖ ਰਹੇ ਆ ਕਿ ਲਾਹੌਰ ਤੇ ਬਹੁਤ ਸਾਰੀਆਂ ਕਿਤਾਬਾਂ ਇਕੱਠੀ ਕਰੀ ਬੈਠਾ ਮੈਂ, ਹੂੰ ਕਿਉਂਕਿ ਜਦੋਂ ਮੈਂ ਲਾਹੌਰ ਜਾਂਦਾ ਕੋਈ ਨਾ ਕੋਈ ਨਵੀਂ ਕਿਤਾਬ ਲਾਹੌਰ ਵਾਲੀ ਮਿਲ ਜਾਂਦੀ ਆ, ਪੰਜਾਬ ਨੂੰ ਸਮਝਣ ਵਾਸਤੇ, ਪੰਜਾਬ ਦੇ ਆਰਟ ਨੂੰ ਸਮਝਣ ਵਾਸਤੇ। ਜੀ ਸੋ ਕਿਤਾਬਾਂ ਤਾਂ ਬਹੁਤ ਸਾਰੀਆਂ ਨੇ ਜਿਨ੍ਹਾਂ ਦਾ ਤੁਸੀਂ ਕਹਿ ਸਕਦੇ ਕਿ ਜਿੰਨਾ ਪੜ੍ਹੀ ਉਨਾ ਹੀ ਘੱਟ ਹੈ, ਬਾਰ-ਬਾਰ ਪੜ੍ਹਨੀਆਂ ਪੈਂਦੀਆਂ ਨੇ। ਜਿਵੇਂ ਮੈਂ ਤੁਹਾਨੂੰ ਇੱਕ ਹੋਰ ਜ਼ਿਕਰ ਕਰਾਂ ਕਿ ਜਿਵੇਂ ਸੂਫੀਜ਼ਮ ਦੇ ਉੱਤੇ ਆ, ਹੂੰ ਜਿਵੇਂ ਨਾ ਅਮਲੀਆਂ ਨੂੰ ਦੌਰੇ ਪੈਂਦੇ ਆ, ਮੈਨੂੰ ਵੀ ਐਵੇਂ ਦੌਰੇ ਪੈਂਦੇ ਕਦੇ-ਕਦੇ। ਤੋ ਮੈਂ ਜਦੋਂ ਪਹਿਲੀ ਵਾਰ ਇੰਗਲੈਂਡ ਗਿਆ ਹੂੰ ਤਾਂ ਮੈਨੂੰ ਆਪਣੇ ਕੱਪੜੇ ਵੀ ਉੱਥੇ ਛੱਡ ਕੇ ਆਉਣੇ ਪਏ, ਬਾਕੀ ਸਮਾਨ ਵੀ ਛੱਡ ਕੇ ਆਉਣਾ ਪਿਆ, ਕਿਤਾਬਾਂ ਲੈ ਕੇ ਕਿਤਾਬਾਂ ਦਾ ਜ਼ਿਆਦਾ ਹੋ ਗਿਆ। ਇਸੇ ਤਰ੍ਹਾਂ ਜਦੋਂ ਮੈਂ ਹੁਣ ਕੈਨੇਡਾ ਜਾਂਦਾ ਮੈਂ ਅਕਸਰ ਆਪਣੇ ਕਿਤਾਬਾਂ ਲੈ ਆਉਣਾ, ਇੱਥੇ ਕੱਪੜੇ ਛੱਡੇ ਆਉਣਾ, ਕਿਉਂਕਿ ਤੁਹਾਡੇ ਕੋਲ ਇੱਕ ਭਾਰ ਦੀ ਸੀਮਾ ਹੁੰਦੀ ਆ। ਹੂੰ ਠੀਕ ਹੈ ਨਾ। ਸੋ ਬਹੁਤ ਸਾਰੀਆਂ ਕਿਤਾਬਾਂ ਨੇ, ਜਿਵੇਂ ਇਹਨਾਂ 'ਚੋਂ ਮੈਂ ਜਿਹੜੀ ਕਿਤਾਬ ਮੈਨੂੰ ਬਹੁਤ ਚੰਗੀ ਲੱਗਦੀ ਆ, ਬਾਰ-ਬਾਰ ਪੜ੍ਹੀ ਆ, ਮੈਂ 2 ਵਾਰੀ ਇਹਨਾਂ ਦਿਨਾਂ 'ਚ ਹੀ ਪੜ੍ਹੀ ਆ। ਹੂੰ ਬਲਵੰਤ ਸਿੰਘ ਦਾ ਨਾਵਲ ਆ 2 ਅਕਾਲਗੜ੍ਹ। ਹੂੰ ਇਹਦੇ ਨਾਲ ਮੇਰੀ ਇੱਕ ਭਾਵਕ ਸਾਂਝ ਇਹ ਵੀ ਆ ਵੀ ਅਕਾਲਗੜ੍ਹ ਮੇਰੇ ਪੇਰੈਂਟਸ ਦੇ ਉਸ ਪਿੰਡ ਦਾ ਨਾਂ ਸੀ ਜਿਹੜਾ ਸਾਡਾ ਪਾਕਿਸਤਾਨ 'ਚ ਪਿੰਡ ਸੀ। ਅੱਛਾ ਸੋ ਜੀ ਬਹੁਤ ਸਾਰੀਆਂ ਚੀਜ਼ਾਂ ਨੇ, ਜਿਵੇਂ ਅੱਜ ਕੱਲ੍ਹ ਇਹ ਬਹੁਤ ਚਰਚਾ 'ਚ ਨੇ ਇਹ ਕਿਤਾਬਾਂ। ਹੂੰ ਜਵਾਨੋ ਹਰਾਰੀ ਦੀ ਕਿਤਾਬ ਹੂੰ ਮੈਂ ਤਾਜ਼ੀ ਕਿਤਾਬ ਦੀ ਹੁਣੇ ਪੜ੍ਹ ਕੇ ਹਟਿਆ, ਸੇਪੀਅਨਸ ਬਾਰੇ। ਹੂੰ ਸੋ ਬਹੁਤ ਸਾਰਾ ਕੰਮ ਆ। ਜਾਂ ਪੰਜਾਬ ਦੀ ਜਿਹੜੀ ਬਹੁਤ ਵਧੀਆ ਕਿਤਾਬ ਲੱਗਦੀ ਹੁੰਦੀ ਮੈਨੂੰ, ਜੀ ਇਸ਼ਤਿਆਕ ਅਹਿਮਦ ਦੀ ਕਿਤਾਬ ਆ 47 ਦੀ ਵੰਡ ਬਾਰੇ ਆ, ਪੰਜਾਬ ਬਲੱਡਡ ਐਂਡ ਕਲੈਂਸਡ। ਸੋ ਕਿਤਾਬਾਂ ਤਾਂ ਹਰ ਕਿਤਾਬ ਤੁਹਾਡੇ ਲਈ ਇੱਕ ਵਿਚਿੱਤਰ ਸੰਸਾਰ ਹੁੰਦੀ ਆ। ਜੀ ਤੇ ਪੂਰਾ ਸੰਸਾਰ ਹੁੰਦੀ ਹੈ ਤੁਹਾਡੇ ਲਈ। ਕਿਉਂਕਿ ਕਾਫੀ ਜਿਹੜੀ ਇਸ਼ਤਿਆਕ ਅਹਿਮਦ ਦੀ ਕਿਤਾਬ ਉਹਦੇ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦੇ ਦਈਏ ਕਿ 1947 ਵੈਸੇ ਤਾਂ ਆਪਣੇ ਹਿੰਦੁਸਤਾਨ ਦੇ ਵਿੱਚ, ਪੰਜਾਬ ਦੇ ਵਿੱਚ ਇਹ ਕਹਿ ਦਿੰਦੇ ਨੇ ਕਿ ਭਾਰਤ ਨੂੰ ਆਜ਼ਾਦੀ ਮਿਲੀ ਸੀ, ਪਰ ਅਸਲ ਦੇ ਵਿੱਚ ਜਦੋਂ ਆਪਾਂ ਜ਼ਿਕਰ ਕਰਦੇ ਹਾਂ ਤਾਂ ਪੰਜਾਬ ਦੀ ਵੰਡ ਦਾ ਉਹ ਪਹਿਲੂ ਆ ਕਿਤੇ ਨਾ ਕਿਤੇ ਅੱਖੋਂ ਪਰੋਖੇ ਕੀਤਾ ਜਾਂਦਾ। ਕਾਫੀ ਵੱਡੀ ਤਰਾਸਦੀ ਆ ਕਿ ਆਪਾਂ ਅੱਜ ਉਹ ਦਿਨ ਵੀ ਨਹੀਂ ਮਨਾਉਂਦੇ, 10 ਲੱਖ ਦੇ ਕਰੀਬ, ਤੇ ਅੰਕੜੇ ਵੀ ਨਹੀਂ ਇਕੱਠੇ ਕੀਤੇ ਗਏ। ਤਾਂ ਇਹ ਕਿਤਾਬ ਦੇ ਵਿੱਚ ਜਿਹੜੇ ਨੇ ਉਹ ਕਾਫੀ ਜ਼ਿਆਦਾ ਸਾਰਥਕ ਇੰਟਰਵਿਊਜ਼ ਨੇ ਤੇ ਅੰਕੜੇ ਵੀ ਕਲੀਅਰਿਫਾਈ ਹੋ ਜਾਂਦੇ ਨੇ ਵੀ ਕੀ ਕੁਝ ਹੋਇਆ ਸੀ। ਤੇ ਫਿਲਹਾਲ ਮੈਂ ਹਜੇ ਇਹ ਪੜ੍ਹੀ ਨਹੀਂ ਕਿਤਾਬ, ਤੇ ਤੁਸੀਂ ਜ਼ਰੂਰ ਇਹਦੇ ਬਾਰੇ ਥੋੜੀ ਬਹੁਤੀ ਜਾਣਕਾਰੀ। ਇਹ ਤਾਂ ਜਿੱਥੋਂ ਮਰਜ਼ੀ ਟੁੱਕ ਕੇ ਪੜ੍ਹ ਲਓ ਇਸ ਕਿਤਾਬ ਨੂੰ, ਗੁਰੂ ਗ੍ਰੰਥ ਸਾਹਿਬ ਵਾਂਗੂ ਨਾ, ਜਿੱਥੋਂ ਮਰਜ਼ੀ ਟੁੱਕ ਲਓ। ਜੀ ਜਿਵੇਂ ਸਿੱਖ ਬਾਕ ਲੈਂਦੇ ਨੇ ਨਾ ਗੁਰੂ ਗ੍ਰੰਥ ਸਾਹਿਬ ਦਾ, ਜੀ ਤੇ ਜਿੱਥੋਂ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਟੁੱਕ ਲੈਂਦੇ ਆ ਤਾਂ ਉਹਦੇ ਚੋਂ ਜਿਹੜਾ ਕੋਈ ਵੀ ਸ਼ਬਦ ਆਉਂਦਾ ਉਹ ਸਾਡੇ ਲਈ ਗਿਆਨ ਦਾ ਸੋਮਾ ਹੁੰਦਾ। ਇਸੇ ਤਰ੍ਹਾਂ ਕੁਝ ਕਿਤਾਬਾਂ ਵੀ ਐਸੀਆਂ ਹੁੰਦੀਆਂ ਕਿ ਜਿੱਥੋਂ ਟੁੱਕ ਕੇ ਪੜ੍ਹਨੀਆਂ ਸ਼ੁਰੂ ਕਰੋ, ਇਹ ਉਹਨਾਂ ਕਿਤਾਬਾਂ ਚੋਂ ਆ ਕਿ ਜਿੱਥੋਂ ਮਰਜ਼ੀ ਟੁੱਕ ਲਓ। ਔਰ ਤੁਸੀਂ ਜਦੋਂ ਪੜ੍ਹਨੀ ਸ਼ੁਰੂ ਕਰੋਗੇ ਫਿਰ ਤੁਹਾਨੂੰ ਛੱਡ ਨਹੀਂ ਹੁੰਦੀ ਇਹ। ਜੀ ਥੋੜੀ ਜਿਹੀ ਹੋਰ ਜ਼ਿਆਦਾ ਮਾੜੀ ਜਾਣਕਾਰੀ ਹੋਰ ਦੇ ਉਹਦੇ ਵਿੱਚ ਕਿਹੜੀ ਇਹ ਤੁਸੀਂ ਜਦੋਂ ਪੜ੍ਹੀ ਇੱਕ ਵੀ ਆਪਾਂ ਨੂੰ ਇਹ ਪਤਾ ਹੀ ਨਹੀਂ ਸੀ, ਉਹ ਜੀ 2-4 ਸਾਂ ਜ਼ਰੂਰ ਪਾਓ। ਜੀ ਐਕਚੁਅਲੀ ਕੀ ਸੀ ਵੀ ਇਹਦੇ 'ਚ ਬਹੁਤ ਸਾਰੇ ਲੋਕਾਂ ਦੇ ਹਲਫੀਆ ਬਿਆਨ ਨੇ। ਇਹ ਮੈਂ ਸਮਝਦਾ ਇਹ ਅੱਖੀਂ ਡਿੱਠੀਆਂ ਜਿਹੜੀਆਂ ਘਟਨਾਵਾਂ ਸੀ ਜਾਂ ਲੋਕਾਂ ਨਾਲ ਵਾਪਰੀਆਂ ਘਟਨਾਵਾਂ ਸੀ, ਇਹ ਉਹਨਾਂ ਦਾ ਬਿਆਨ ਆ। ਸੋ ਇਹ ਕਿਤਾਬ ਨੂੰ ਪੜ੍ਹਦਿਆਂ ਬਾਰ-ਬਾਰ ਇੱਕੋ ਗੱਲ ਦੀ ਸਮਝ ਆਉਂਦੀ ਸਾਨੂੰ ਕਿ ਅਸੀਂ ਮੈਚੁਰ ਕਦੋਂ ਹੋਵਾਂਗੇ, ਅਸੀਂ ਸਿਆਣੇ ਕਦੋਂ ਹੋਵਾਂਗੇ, ਕਿੰਨੀ ਦੇਰ ਤੱਕ ਅਸੀਂ ਧਰਮਾਂ ਦੇ ਨਾਂ ਤੇ, ਸੰਪਰਦਾਵਾਂ ਦੇ ਨਾਂ ਤੇ ਇੱਕ ਦੂਜੇ ਦਾ ਖੂਨ ਬਹਾਉਂਦੇ ਰਹਾਂਗੇ। ਤੁਸੀਂ ਦੇਖੋ ਕਿ ਸਾਬਲ ਧਾਮੀ ਬਹੁਤ ਅੱਛਾ ਕੰਮ ਕਰ ਰਿਹਾ, ਹਰ ਸੈਟਰਡੇ ਉਹਦਾ ਆਰਟੀਕਲ ਛਪਦਾ ਜਿਹੜਾ ਵੰਡ ਨਾਲ ਰਿਲੇਟਡ ਹੁੰਦਾ ਆ, ਤੇ ਸਾਡੇ ਅਥਰੂ ਉਹਦੇ ਅੱਖਾਂ 'ਚ ਉਹਨੂੰ ਪੜ੍ਹਦੇ। ਇਸ ਕਿਤਾਬ ਨੂੰ ਪੜ੍ਹਦਿਆਂ ਬਾਰ-ਬਾਰ ਤੁਹਾਨੂੰ ਸ਼ਰਮਸਾਰੀ ਹੁੰਦੀ ਆ, ਇਸ ਗੱਲ ਦੀ ਸ਼ਰਮਸਾਰੀ ਕਿ ਅਸੀਂ ਧਰਮਾਂ ਦੀ ਸਪਿਰਿਟ ਨੂੰ ਨਹੀਂ ਸਮਝੇ। ਜਾਂ ਤੁਹਾਨੂੰ ਆਪਣੇ ਪੰਜਾਬੀ ਹੋਣ ਤੇ ਜਿੱਥੇ ਮਾਣ ਹੁੰਦਾ ਨਾ, ਉੱਥੇ ਤੁਹਾਨੂੰ ਆਪਣੇ ਪੰਜਾਬੀ ਹੋਣ ਤੇ ਇੱਕ ਲਾਹਨਤ ਵੀ ਤੁਸੀਂ ਪਾਉਂਦੇ ਆ ਕਿ ਸਾਡੇ ਪੁਰਖਿਆਂ ਨੇ ਕੀ ਗੁਨਾਹ ਕੀਤੇ ਨੇ।
ਇਹ ਕਿਤਾਬ ਮੇਰੇ ਪਿੰਡ ਦੀ ਇੱਕ ਮਾਈ ਦੀ ਕਿਤਾਬ ਆ ਜਿਹੜੀ 5 ਜਮਾਤਾਂ ਪੜ੍ਹੀ ਹੋਈ ਸੀ। ਅੱਛਾ ਜੀ। ਜੀ ਜੀ ਜੀ। ਇਹ ਆਪਣੇ ਪੁੱਤਰ ਨੂੰ ਚਿੱਠੀਆਂ ਲਿਖਦੀਆਂ ਸੀ। ਇਹਦਾ ਇੱਕ ਪੁੱਤਰ ਫਰੀਦਕੋਟ 'ਚ ਵਕੀਲ ਆ ਤੇ ਇੱਕ ਪੁੱਤਰ ਯੂਕੇ 'ਚ ਇੰਗਲੈਂਡ 'ਚ ਰਹਿ ਰਿਹਾ ਜੀ, ਹੰਸਲੋ 'ਚ ਜੀ। ਉਹ ਯੂਕੇ ਦਾ ਨਾਮੀ ਚਿੱਤਰਕਾਰ ਆ ਜੀ, ਚਿੱਤਰਕਾਰ ਵੀ ਆ, ਸਕਲਪਚਰ ਵੀ ਆ ਤੇ ਨਾਲ ਦੀ ਨਾਲ ਉਹ ਬੰਦਾ ਲੇਖਕ ਵੀ ਆ। ਇਹ ਮਾਤਾ ਉਹਨੂੰ ਚਿੱਠੀਆਂ ਲਿਖਦੀ ਹੁੰਦੀ ਸੀ ਉਹਨੇ ਆਪਣੇ ਪਿਤਾ ਬਾਰੇ ਕੁਝ ਲਿਖਣਾ ਸੀ ਤੇ ਮਾਤਾ ਉਹਨੂੰ ਉਹਦੇ ਪਿਤਾ ਬਾਰੇ ਦੱਸਦੀ ਸੀ ਤੇ ਮੈਨੂੰ ਇੱਕ ਉਹਨੇ ਚਿੱਠੀ ਪੜ੍ਹਾਈ ਆਪਣੀ ਮਾਂ ਦੀ। ਅੱਛਾ। ਤੇ ਮੈਂ ਉਹਨੂੰ ਕਿਹਾ ਵੀ ਇਹ ਤਾਂ ਬਹੁਤ ਵਧੀਆ ਛਾਪਣ ਵਾਲਾ ਪੀਸ ਆ। ਮੈਂ ਉਹ ਪੀਸ ਲੈ ਆਇਆ, ਉਹਦੇ ਤੋਂ ਫੋਟੋਕਾਪੀ ਕਰਾ ਕੇ ਤੇ ਇੱਥੇ ਅਸੀਂ ਹੁਣ ਵਿੱਚ ਛਾਪ ਦਿੱਤਾ। ਬਹੁਤ ਸਾਰੇ ਲੋਕਾਂ ਨੇ ਕਿਹਾ ਵੀ ਇਹ ਤਾਂ ਬਹੁਤ ਅੱਛਾ ਲਿਖਿਆ। ਫਿਰ ਅਸੀਂ ਉਹਨੂੰ ਮਾਤਾ ਨੂੰ ਪ੍ਰੇਰਿਤ ਕੀਤਾ, ਉਹਨੇ ਕਿਤਾਬ ਲਿਖੀ। ਇਹ ਕਿਤਾਬ ਮਾਤਾ ਨੇ ਲਿਖ ਲਈ, ਉਹਦੇ ਹੁੰਦੇ ਛਾਪ ਲਈ ਤੇ ਰਿਲੀਜ਼ ਵੀ ਕਰ ਦਿੱਤੀ। ਇਹ ਦੇਖ ਗਈ ਮਾਤਾ ਸਾਰਾ ਕੁਝ, ਪਰ ਉਹ ਇਸ ਕਿਤਾਬ ਤੋਂ 6 ਮਹੀਨੇ ਬਾਅਦ ਉਹ ਗੁਜ਼ਰ ਗਈ। ਪਰ ਸਾਨੂੰ ਤਸੱਲੀ ਇਹ ਆ ਕਿ ਇਹ ਕੰਮ ਅਸੀਂ ਭਾਵੇਂ ਬਾਹਰ ਫੁੱਟਣ ਤੇ ਕੀਤਾ, ਪਰ ਮਾਤਾ ਨੇ ਇਹ ਕਿਤਾਬ ਛਪੀ ਹੋਈ ਦੇਖ ਲਈ। ਜੀ ਜੀ। ਡਾਕਟਰ ਸਾਹਿਬ, ਇਹ ਤਾਂ ਤੁਹਾਡਾ ਰਿਹਾ ਜਿਵੇਂ ਆਪਾਂ ਗੱਲ ਕਰੀਏ ਜੀ ਕਿਤਾਬਾਂ ਦਾ ਸਿਲਸਿਲਾ। ਜੀ ਜੀ ਜੀ। ਉਹਦੇ ਨਾਲ ਹੋਰ ਵੀ ਸ਼ੌਂਕ ਹੁੰਦੇ ਨੇ। ਜੀ ਜੀ। ਹੋਰ ਕੀ ਕੀ ਪੰਗੇ ਪੁੰਗੇ ਲਏ ਨੇ ਤੁਸੀਂ? ਦੇਖੋ, ਮੈਂ ਕੁਝ ਡਾਕੂਮੈਂਟਰੀਜ਼ ਬਣਵਾਈਆਂ ਦੋਸਤਾਂ ਨਾਲ ਮਿਲ ਕੇ ਰਲ ਕੇ। ਜਿਵੇਂ ਪ੍ਰਵੀਨ ਅਰੋੜੇ ਤੇ ਮੈਂ ਫੋਕ ਥੀਏਟਰ ਆਫ ਇੰਡੀਆ ਜੀ ਨਾਂ ਦੀ ਇੱਕ ਡਾਕੂਮੈਂਟਰੀ ਬਣਾਈ ਜੀ, ਜਿਹੜੀ ਬੇਸਿਕਲੀ ਫੋਕ ਥੀਏਟਰ ਆਫ ਇੰਡੀਆ ਅਸੀਂ ਉਦੋਂ ਬਣਾਈ ਜਦੋਂ ਹਿੰਦੁਸਤਾਨ 'ਚ ਅੱਤਵਾਦ ਸਿਖਰ 'ਤੇ ਸੀ ਜੀ, ਤੇ ਜਦੋਂ ਬਹੁਤ ਸਾਰੇ ਸੂਬਿਆਂ 'ਚ ਦੰਗੇ ਵੀ ਹੋਣੇ ਸ਼ੁਰੂ ਹੋ ਗਏ ਸੀ ਸਿੱਖਾਂ ਦੇ ਨਾਲ ਖਾਸ ਤੌਰ 'ਤੇ। ਅਸੀਂ ਉਦੋਂ ਇਸ ਖਿਆਲ ਨਾਲ ਉਹ ਫਿਲਮ ਬਣਾਈ ਕਿ ਪੰਜਾਬ ਹਿੰਦੁਸਤਾਨ 'ਚ ਕਿੰਨੀਆਂ ਸਾਂਝਾਂ ਨੇ, ਚਾਹੇ ਥੀਏਟਰ ਫੋਕ ਥੀਏਟਰ ਹਰਿਆਣੇ ਦਾ ਹੋਵੇ, ਚਾਹੇ ਉਹ ਪੰਜਾਬ ਦਾ ਹੋਵੇ ਤੇ ਚਾਹੇ ਰਾਜਸਥਾਨ ਦਾ ਹੋਵੇ। ਜਿਸ ਤਰ੍ਹਾਂ ਦੀ ਸਾਡੀ ਨਕਲ ਆ ਉਸ ਤਰ੍ਹਾਂ ਦਾ ਹਰਿਆਣੇ 'ਚ ਸਾਂਗ ਆ ਤੇ ਉਸੇ ਤਰ੍ਹਾਂ ਦਾ ਰਾਜਸਥਾਨ ਦੇ ਵਿੱਚ ਖਿਆਲ ਆ ਜੀ। ਸੋ ਪਹਿਲੀ ਡਾਕੂਮੈਂਟਰੀ ਅਸੀਂ ਜਿਹੜੀ ਹਿਊਮਰ ਰਿਸੋਰਸ ਮਿਨਿਸਟਰੀ ਲਈ ਬਣਾਈ ਸੀ, ਕਲਚਰ ਆਫ ਇੰਡੀਆ ਲਈ। ਇਸ ਤਰ੍ਹਾਂ ਬਾਅਦ ਵਿੱਚ ਅਸੀਂ ਪੂਰੀ ਫਿਲਮ ਨਕਲ ਦੇ ਉੱਤੇ ਬਣਾਈ ਪੰਜਾਬੀ ਅਕੈਡਮੀ ਦਿੱਲੀ ਲਈ। ਇਸੇ ਤਰ੍ਹਾਂ ਗੁਰਦਿਆਲ ਸਿੰਘ ਦੇ ਨਾਵਲ ਪਰਸਾ ਨੂੰ ਅਸੀਂ 10 ਐਪੀਸੋਡ ਵਿੱਚ ਸ਼ੂਟ ਕੀਤਾ ਜੀ। ਫਿਰ ਜਦੋਂ ਗੁਜਰਾਲ ਸਾਹਿਬ ਪ੍ਰਧਾਨ ਮੰਤਰੀ ਬਣੇ ਉਦੋਂ ਅਸੀਂ ਪੰਜਾਬ ਨੂੰ ਡਿਪੈਕਟ ਕਰਨਾ ਚਾਹੁੰਦੇ ਸੀ 13 ਕਹਾਣੀਆਂ ਦੇ ਵਿੱਚ, ਪਰ ਉਹ ਪ੍ਰੋਜੈਕਟ ਵਿੱਚ ਹੀ ਛੁੱਟ ਗਿਆ। 2 ਹੀ ਕਹਾਣੀਆਂ ਅਸੀਂ ਬਣਾ ਸਕੇ। ਗੁਰਬਖਸ਼ ਸਿੰਘ ਪੀਟੜੀ ਦੀ ਕੇਰੂ 10 ਨੰਬਰ ਗਿਆ ਤੇ ਇਹਦੀ ਆਪਣੇ ਦੀ ਗਿਆਨੀ ਗੁਰਮੁਖ ਸਿੰਘ ਮੁਸਾਫਰ ਦੀ ਬਾਗੀ ਦੀ ਧੀ ਜੀ। ਸੋ ਉਸ ਤੋਂ ਬਾਅਦ ਅਸੀਂ ਇੱਕ ਫਿਲਮ ਬਣਾਈ ਮੈਂ, ਜਿਹਦੇ 'ਚ ਮੇਰਾ ਕੋਈ ਯੋਗਦਾਨ ਸੀ। ਉਹ ਗੁਲਜ਼ਾਰ ਸਿੰਘ ਸੰਧੂ ਹੋਣਾ ਦੇ ਜੀਵਨ ਤੇ ਆ। ਅਜਮੇਰ ਸਿੰਘ ਔਲਖ ਤੇ ਬਣਾਉਣਾ ਚਾਹੁੰਦੇ ਸੀ, ਉਹ ਰਹਿ ਗਈ। ਹੁਣ ਸੋਚਿਆ ਵੀ ਪਾਤਰ ਸਾਹਿਬ ਤੇ ਜ਼ਰੂਰ ਬਣਾ ਦਈਏ। ਹੁਣ ਫਿਰ ਕੀ ਲਿਖ ਰਹੇ ਹੋ ਇਹਦੇ ਨਾਲ ਹੁਣ ਕੀ ਚੱਲ ਰਿਹਾ? ਦੇਖੋ, ਕੁਝ ਚੀਜ਼ਾਂ ਮੇਰੇ ਮਨ ਦੀਆਂ ਹੁੰਦੀਆਂ ਤੇ ਕੁਝ ਮੈਨੂੰ ਮਜਬੂਰੀ 'ਚ ਕਰਨੀਆਂ ਪੈਂਦੀਆਂ ਜੀ। ਅਸੀਂ ਆਪਣਾ ਆਲੋਚਕ ਜਦੋਂ ਬੰਦਾ ਸਮਾਜਿਕ ਜਥੇਬੰਦੀਆਂ 'ਚ ਕੰਮ ਕਰਨ ਲੱਗਦਾ, ਫਿਰ ਨਾ ਉਹ ਮਰਜ਼ੀ ਦਾ ਪੜ੍ਹ ਸਕਦਾ ਤੇ ਨਾ ਉਹ ਮਰਜ਼ੀ ਦਾ ਲਿਖ ਸਕਦਾ। ਉਹਨੂੰ ਬਹੁਤ ਸਾਰੇ ਜਿਹੜੇ ਕੰਮ ਆ ਉਹ ਲੋਕਾਂ ਦੀ ਮਰਜ਼ੀ ਮੁਤਾਬਕ ਕਰਨੇ ਪੈਂਦੇ ਜੀ। ਤੇ ਡਾਕਟਰ ਸਾਹਿਬ, ਫਿਲਹਾਲ ਅੱਜ ਕਰੀਏ ਗੱਲਾਂ ਆਪਣੇ ਕੋਲ ਬਹੁਤ ਨੇ ਕਰ ਲੈਣੀਆਂ, ਪਰ ਸਮੇਂ ਦੀ ਸਾਨੂੰ ਥੋੜੀ ਜਿਹੀ ਕਿੱਲਤ ਜੀ ਹੁੰਦੀ ਹੈ। ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਤੇ ਆਪਣੀ ਜੀਵਨ ਦੇ ਉੱਤੇ ਝਾਤ ਬਣਾਉਣ ਦੇ ਲਈ। ਤੇ ਸਾਡੇ ਨਾਲ ਸੁਖਦੇਵ ਸਿੰਘ ਸਿਰਸਾ ਜੀ, ਜਿਨ੍ਹਾਂ ਦੇ ਵੱਲੋਂ ਭਾਵੇਂ ਕਿਤਾਬਾਂ ਨੇ ਜਿਹੜੀਆਂ ਜ਼ਿਆਦਾ ਆਲੋਚਨਾ 'ਤੇ ਲਿਖੀਆਂ ਹੋਈਆਂ ਨੇ, ਪਰ ਸਭ ਤੋਂ ਵੱਡੀ ਜਿਹੜੀ ਸਫਲਤਾ ਉਹ ਇਹ ਹੈ ਕਿ ਜੇਕਰ ਤੁਸੀਂ ਸਾਹਿਤ ਨਾਲ ਜੁੜੇ ਹੋਏ ਹੋ ਤਾਂ ਤੁਸੀਂ ਦੂਜਿਆਂ ਦੀ ਜ਼ਿੰਦਗੀ ਦੇ ਵਿੱਚ ਕਿਵੇਂ ਬਦਲਾਅ ਕਰ ਸਕਦੇ ਹੋ, ਤੁਹਾਡੀ ਲੇਖਣੀ, ਤੁਹਾਡੀ ਜੀਵਨ ਸ਼ੈਲੀ ਹੋਰਾਂ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੀ ਹੈ। ਸੋ ਕਾਫੀ ਜਿਹੜੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ, ਬਹੁਤ ਚੰਗਾ ਲੱਗਿਆ। ਇਸੇ ਤਰ੍ਹਾਂ ਇੱਕ ਨਵੇਂ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਸਾਹਿਤਕਾਰ ਦੇ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ। ਜਦ ਤੱਕ ਜਦ ਤੱਕ ਮੈਨੂੰ ਦਿਓ ਇਜਾਜ਼ਤ। ਤੁਸੀਂ ਬਣੇ ਰਹੋ ਵਿਜ਼ਨ ਪੰਜਾਬ ਦੇ ਨਾਲ, ਹਰ ਕਦਮ ਤੁਹਾਡੇ ਨਾਲ। ਸਤਿ ਸ਼੍ਰੀ ਅਕਾਲ।